ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤః ਸੰਚੰਤ ਵਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤః ਸੰਚੰਤ ਵਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਨਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ। ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ। ਹਰ ਬਿਸਰਿਆ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ। ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ। ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ। ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ। ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਆਨੰਦ ਮਾਣ ਰਹੇ ਗੁਰੂ ਰੂਪ ਖਾਲਸਾ ਜੀ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਦੇ ਦਰ ਤੇ ਸੱਜ ਕੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਹਨ। ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਅਥਵਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਮਹਾਨ ਪਾਵਨ ਸਥਾਨ ਸੱਚਖੰਡ ਵਿਖੇ
ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਦੇਸ਼ ਵਿਦੇਸ਼ਾਂ ਵਿੱਚੋਂ ਪਹੁੰਚੀਆਂ ਗੁਰੂ ਕੀਆਂ ਸੰਗਤਾਂ ਵਡਭਾਗੀ ਹਨ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਸਨਮੁਖ ਦਰਸ਼ਨ ਕੀਤੇ, ਇਸ਼ਨਾਨ ਕੀਤੇ, ਗੁਰੂ ਕੀ ਬਾਣੀ ਦਾ ਕੀਰਤਨ ਸੁਣਿਆ। ਹੁਣ ਮਰਜ਼ਾਦਾ ਅਨੁਸਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਵਨ ਸਥਾਨ ਤੇ ਨਿਤਾ ਪ੍ਰਤੀ ਜੋ ਕਥਾ ਦਾ ਸਮਾਗਮ ਚੱਲਦਾ ਹੈ, ਉਸ ਦਾ ਸੁਭਾਗ ਸਮਾਂ ਆਇਆ। ਕੇਵਲ ਇੱਥੇ ਹੀ ਨਹੀਂ, ਦੇਸ਼ ਵਿਦੇਸ਼ਾਂ ਵਿੱਚ ਗੁਰੂ ਕੀਆਂ ਸੰਗਤਾਂ ਟੈਲੀਵਿਜ਼ਨ ਦੇ ਰਾਹੀਂ ਇਸ ਮਹਾਨ ਗੁਰੂ ਕੇ ਉਪਦੇਸ਼ ਦਾ ਆਨੰਦ ਮਾਣਦੀਆਂ ਹਨ। ਸੋ ਆਓ, ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਹਨ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਰਾਜ ਕਪਟੰ ਰੂਪ ਕਪਟੰ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਇਹ ਪਾਵਨ ਬਾਣੀ ਜੋ ਮੱਧ ਵਿਖੇ ਜੈਤ ਸ੍ਰੀ ਦੀ ਵਾਰ ਹੈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਧੁਰ ਕੀ ਬਾਣੀ ਬਖਸ਼ਿਸ਼ ਕੀਤੀ ਹੈ। ਅਥਵਾ ਇਸ ਵਾਰ ਦੀ 10ਵੀਂ ਪੌੜੀ ਸ਼ਲੋਕਾਂ ਸਮੇਤ ਸਤਿਗੁਰੂ ਜੀ ਨੇ ਅੱਜ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਦੀ ਬਖਸ਼ਿਸ਼ ਹੋਈ ਹੈ। ਸ਼ਲੋਕ ਜੋ ਸਵੈ ਲੋਕ ਦੀ ਪ੍ਰਾਪਤੀ ਕਰਾ ਦੇਵੇ। ਸ਼ਲੋਕ ਸ਼ਬਦ ਦੀ ਚਾਲ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਜਿਵੇਂ 14 ਲੋਕ ਮੰਨੇ ਗਏ ਹਨ, ਪਰ ਉਹਨਾਂ ਵਿੱਚ ਸਵੈ ਲੋਕ ਨਹੀਂ ਆਉਂਦਾ। ਸਤਿਗੁਰੂ ਦੀ ਧੁਰ ਕੀ ਬਾਣੀ ਇਹ ਹੈ ਕਿ ਜੋ ਸਵੈ ਲੋਕ ਸੱਚਖੰਡ ਦੀ ਪ੍ਰਾਪਤੀ ਕਰਵਾ ਦੇਵੇ, ਉਸ ਦਾ ਨਾਮ ਹੈ ਸ਼ਲੋਕ, ਜੋ ਗੁਰਬਾਣੀ ਦੇ ਸ਼ਲੋਕ ਹਨ। ਸ਼ਲੋਕ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਪ੍ਰਥਮ ਬਾਣੀ ਵਿੱਚ ਜਦੋਂ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੀ ਜਪਜੀ ਸਾਹਿਬ ਜੀ ਦੀ ਸੰਪੂਰਨਤਾ ਕਰਦਿਆਂ ਹੋਇਆਂ ਸ਼ਲੋਕ ਬਖਸ਼ਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸਤਿਗੁਰੂ ਜੀ ਨੇ ਉਹ ਸ਼ਲੋਕ ਬਖਸ਼ਿਸ਼ ਕੀਤਾ। ਸੋ ਅੱਜ ਕਿਰਪਾ ਕਰਦੇ ਹਨ। ਰਾਜ ਕਪਟੰ ਰੂਪ ਕਪਟੰ। ਕਹਿੰਦੇ ਭਾਈ, ਰਾਜ ਜੋ ਹੈ, ਇਹ ਰਾਜ ਦਾ ਸੰਕਲਪ ਵੀ ਕਪਟ ਹੈ, ਅਤੇ ਜੋ ਗੁਰਮਤਿ ਤੋਂ ਵੀ ਹੋਣੇ ਲੋਕ ਰਾਜ ਕਰਦੇ ਹਨ, ਉਹ ਵੀ ਰਾਜ ਕਪਟਨ ਦੇ ਕਾਰਨ ਕਪਟ ਦੇ ਨਾਲ ਰਾਜ ਕਰਦੇ ਨੇ। ਕਹਿੰਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ। ਲੋਕ ਦਿਖਾਵਾ ਕੁਝ ਹੋਰ ਹੈ ਤੇ ਮਨਸ਼ਾ ਕੁਝ ਹੋਰ ਹੈ। ਇਸ ਦਾ ਨਾਮ ਕਪਟ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ, ਜਿਹੜਾ ਰਾਜ ਦਾ ਕੇਵਲ ਸੰਕਲਪ ਹੀ ਨਹੀਂ, ਰਾਜ ਦੀ ਪ੍ਰਾਪਤੀ ਤੋਂ ਬਾਅਦ ਵੀ ਇਸ ਕਪਟ ਨੂੰ ਤਿਆਗਣਾ ਬੜਾ ਮੁਸ਼ਕਲ ਹੈ। ਰਾਜ ਕਪਟੰ, ਕਿਉਂਕਿ ਇਹ ਕਪਟ ਤੇ ਛਲ ਦੇ ਨਾਲ ਕਿੰਨੇ ਰਾਜੇ ਹੋਏ, ਜਿਨ੍ਹਾਂ ਨੇ ਰਾਜ ਕਾਇਮ ਰੱਖਣ ਵਾਸਤੇ ਆਪਣੇ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ, ਆਪਣੇ ਪਿਤਾ ਨੂੰ ਬੰਦੀਖਾਨੇ ਵਿੱਚ ਪਾ ਲਿਆ। ਇਤਾਦਿਕ ਇਤਿਹਾਸਕ ਬਹੁਤ ਤੱਥ ਹਨ ਕਿ ਰਾਜ ਕਾਇਮ ਰੱਖਣ ਵਾਸਤੇ ਵੱਡੇ ਤੋਂ ਵੱਡਾ ਪਾਪ ਕਰਦੇ ਨੇ, ਉਪਦਰਵ ਕਰਦੇ ਨੇ, ਜਨਤਾ ਨੂੰ ਦੁਖੀ ਕਰਦੇ ਨੇ, ਜਿਨ੍ਹਾਂ ਦੇ ਸਿਰ ਤੇ ਰਾਜ ਕਰਨਾ ਹੈ। ਸੋ ਰਾਜ ਜਿਹੜਾ ਹੁੰਦਾ ਹੈ, ਇਹ ਪ੍ਰਜਾ ਦੀ ਰਾਖੀ ਵਾਸਤੇ ਹੁੰਦਾ ਹੈ, ਇੱਕ ਵਾਰਡ ਦੀ ਨਿਆਈ ਹੁੰਦਾ ਹੈ। ਤੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਜਦੋਂ ਰਾਜੇ ਪਾਪ ਕਰਦੇ ਆ ਨਾ, ਸਮਝੋ ਫਿਰ ਇਹ ਜੋ ਦੇਸ਼ ਦੀ ਪ੍ਰਜਾ ਇੱਕ ਖੇਤ ਦੀ ਨਿਆਈ ਹੈ,
ਤੇ ਖੇਤ ਦੀ ਰਾਖੀ ਵਾਸਤੇ ਵਾੜ ਕੀਤੀ ਜਾਂਦੀ ਹੈ ਕਿ ਕੋਈ ਬਾਹਰੀ ਪਸ਼ੂ ਜਾਨਵਰ ਆ ਕੇ ਖੇਤੀ ਨਾ ਉਜਾੜ ਦੇਵੇ। ਤੇ ਭਾਈ ਸਾਹਿਬ ਫਰਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਜਦੋਂ ਰਾਜੇ ਹੀ ਪਾਪ ਕਮਾਉਣ ਲੱਗ ਪੈਣ ਤੇ ਸਮਝੋ ਫਿਰ ਇਹ ਖੇਤੀ ਰੂਪ ਪਰਜਾ ਦੀ ਰਾਖੀ ਕਿਸ ਨੇ ਕਰਨੀ ਹੈ। ਇਸ ਵਾਸਤੇ ਰਾਜ ਵੀ ਇੱਕ ਕਪਟ ਦੀ ਨਿਆਈ ਹੈ। ਤੇ ਜੋ ਰੂਪ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਅਤ ਸੁੰਦਰ ਕੁਲੀਨ ਚਤਰ ਮੋਹ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਅਥਵਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਜੋ ਰੂਪ ਹੈ ਇਹ ਵੀ ਇੱਕ ਇਸ ਮਨ ਨੂੰ ਕਪਟ ਦੇ ਵਿੱਚ ਪਾ ਦਿੰਦਾ ਹੈ, ਭੁਲੇਖੇ ਵਿੱਚ ਪਾ ਦਿੰਦਾ ਹੈ, ਸੋ ਹੰਕਾਰ ਵਿੱਚ ਪਾ ਦਿੰਦਾ ਹੈ। ਧਨ ਕਪਟੰ ਕੁਲ ਗਰਬਤ ਹੈ। ਸੋ ਭਾਈ ਧਨ ਦਾ ਅਭਿਮਾਨ ਕਰ ਲੈਣਾ ਕਿ ਮੇਰੇ ਪਾਸ ਬਹੁਤ ਧਨ ਹੈ। ਸੋ ਇਸੇ ਤਰ੍ਹਾਂ ਕੁਲ ਦਾ, ਆਪਣੀਆਂ ਕੁਲਾਂ ਦਾ ਅਭਿਮਾਨ ਕਰ ਲੈਣਾ ਕਿ ਮੈਂ ਵੱਡੀ ਕੁਲ ਦਾ ਹਾਂ, ਮੈਂ ਜੋ ਉੱਚੀ ਸ਼੍ਰੇਣੀ ਦੀ ਕੁਲ ਹੈ ਉਸ ਦਾ ਹਾਂ। ਦੂਜੀਆਂ ਕੁਲਾਂ ਨੂੰ ਨੀਚ ਸਮਝ ਕੇ ਦਰਕਾਰ ਦੇਣਾ। ਮਹਾਰਾਜ ਕਹਿੰਦੇ ਇਹ ਵੀ ਇੱਕ ਕਪਟ ਹੈ, ਮਨ ਦੇ ਵਿੱਚ ਛਲ ਹੈ ਕਿ ਕੁਲ ਦਾ ਤਾਂ ਅਭਿਮਾਨ ਕਰਨਾ, ਪਰ ਉੱਚੀ ਕੁਲ ਵਿੱਚ ਪੈਦਾ ਹੋ ਕੇ ਵੀ ਪ੍ਰਭੂ ਦਾ ਨਾਮ ਨਹੀਂ ਸਿਮਰਨਾ, ਸੇਵਾ ਨਹੀਂ ਕਰਨੀ, ਭਾਉ ਭਗਤੀ ਨਹੀਂ ਕਰਨੀ, ਤਾਂ ਇਹ ਵੀ ਇੱਕ ਕਪਟ ਦੀ ਨਿਆਈ ਹੈ। ਸੰਚੰਤ ਵਿਖਿਆ ਸ਼ਲੰ ਸਿਦਰੰ। ਬਹੁਤ ਤਰ੍ਹਾਂ ਦੇ ਉਪਾਵ ਕਰਕੇ ਜੋ ਜ਼ਹਿਰ ਮਾਇਆ ਹੈ ਉਸ ਨੂੰ ਸੰਚੰਤ ਇਕੱਠੀ ਕਰਦਾ ਹੈ। ਛਲੰਗ ਛਿਦਰੰ ਕਿ ਬਹੁਤ ਤਰ੍ਹਾਂ ਦੇ ਛਲ ਕਰਕੇ ਤੇ ਕਿਸੇ ਵਿੱਚ ਆਰੋਪ ਲਾਪ ਕੇ ਕਿ ਤੂੰ ਆਹ ਗੁਨਾਹ ਕੀਤਾ ਹੈ, ਝੂਠੇ ਹੀ ਆਰੋਪ ਲਾ ਕੇ ਉਹਦੇ ਤੋਂ ਮਾਇਆ ਖੋਹਣੀ, ਮਾਇਆ ਮੰਗਣੀ ਕਿ ਇੰਨਾ ਧਨ ਦੇਵੇਂਗਾ ਤਾਂ ਤੇਰਾ ਬਚਾਅ ਹੋ ਸਕਦਾ ਹੈ। ਇਹੋ ਜਿਹੇ ਛਲੰਗ ਛਿਦਰੰ ਛਲ ਕਰਕੇ ਤੇ ਰੋਪ ਅਲਾਪ ਕੇ ਮਾਇਆ ਨੂੰ ਇਕੱਠੀ ਕਰਦੇ ਹਨ। ਨਾਨਕ ਬਿਨ ਹਰਿ ਸੰਗ ਨਾ ਚਾਲਤੇ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਗ ਕੀ ਜਾਏਗਾ, ਨਾਲ ਕੀ ਜਾਵੇਗਾ। ਕਦੇ ਇਹਨੂੰ ਮਨ ਵਿੱਚ ਵਿਚਾਰ ਨਹੀਂ ਕੀਤੀ ਕਿ ਤੇਰੇ ਨਾਲ ਜਾਣ ਵਾਲਾ ਕੁਝ ਹੈ। ਜਾਤ ਦਾ ਅਭਿਮਾਨ, ਰਾਜ ਦਾ ਕਪਟ, ਸੋ ਇਸੇ ਤਰ੍ਹਾਂ ਰੂਪ ਦਾ ਅਭਿਮਾਨ, ਮਾਇਆ ਦਾ ਧਨ ਦਾ ਅਭਿਮਾਨ, ਇਹ ਸਭ ਕੁਝ ਤੇਰੇ ਨਾਲ ਜਾਏਗਾ, ਨਹੀਂ ਤੇ ਇੱਥੇ ਹੀ ਰਹਿ ਜਾਏਗਾ। ਹਜ਼ੂਰ ਫਰਮਾਉਂਦੇ ਹਨ, ਫਿਰ ਕਾਹਦਾ ਕਪਟ ਕਰਦਾ ਭਾਈ? ਰਾਜ ਕਿਸ ਵਾਸਤੇ ਹੈ? ਰਾਜ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਪਰਜਾ ਨੂੰ ਸੁੱਖ ਦੇਣ ਵਾਸਤੇ, ਪਰਜਾ ਨੂੰ ਦੁਖੀ ਦੇਖਿਆ। ਕਾਲ ਪੈਣ ਤੋਂ ਆਪਣੇ ਸਿਰ ਦੇ ਉੱਪਰ ਅਨਾਜ ਦੀਆਂ ਪੰਡਾਂ ਚੁੱਕ ਚੁੱਕ ਕੇ ਗਰੀਬਾਂ ਦੇ ਘਰ ਤੱਕ ਪਹੁੰਚਾਉਣੀਆਂ, ਇਹ ਰਾਜ। ਗੁਰਮਤਿ ਤੋਂ ਵਿਹੂਣਾ ਰਾਜ ਜਿਹੜਾ ਹੈ, ਹਜ਼ੂਰ ਫਰਮਾਉਂਦੇ ਨੇ ਛਲੰਗ ਛਿਦਰੰ। ਤੇ ਭਾਈ ਫਿਰ ਛਲ ਕਰਕੇ ਇਹੋ ਜਿਹੇ ਢੰਗ ਤਰੀਕੇ ਵਾਪਣੇ ਕਿ ਸਮੁੱਚੇ ਦੇਸ਼ ਦਾ ਧਿਆਨ ਰੱਖਣ ਦੀ ਥਾਂ ਤੇ ਆਪਣੇ ਕੁਝ ਕਰੀਬੀਆਂ ਨੂੰ, ਆਪਣੇ ਕੁਝ ਸੰਗੀਆਂ ਨੂੰ ਧਨੀ ਬਣਾਉਣ ਦੀ ਖਾਤਰ ਇਹੋ ਜਿਹੇ ਛਲ ਕਪਟ ਕਰਨੇ। ਜਦੋਂ ਪਹਿਲਾਂ ਰਾਜਿਆਂ ਦੀ ਪ੍ਰਥਾ ਸੀ ਕਿ ਦੇਸ਼ ਵਿੱਚ ਜਿਹਨੂੰ ਰਾਜਾ ਥਾਪ ਦਿੱਤਾ ਉਹੀ ਰਾਜ ਕਰਦਾ ਸੀ, ਉਹਦੇ ਮੁਖ ਵਿੱਚੋਂ ਨਿਕਲਿਆ ਹੋਇਆ ਇੱਕ ਕਾਨੂੰਨ ਸੀ, ਉਹਦੇ ਮੁਖ ਵਿੱਚੋਂ ਨਿਕਲਿਆ ਹੋਇਆ ਲਫ਼ਜ਼ ਹੀ ਪਰਜਾ ਤੇ ਲਾਗੂ ਹੁੰਦਾ ਸੀ। ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸ ਦੇ ਸਾਹਮਣੇ ਕੋਈ ਬੋਲ ਸਕੇ, ਉਹਦੀ ਕੋਈ ਹੁਕਮੰਦੂਲੀ ਕਰ ਸਕੇ। ਇਹ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ, ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਇਹ ਬਚਨ ਕਹੇ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਕਹਿੰਦੇ ਭਾਈ ਇਹ ਜਿਹੜੇ ਰਾਜੇ ਹੈ ਇਹ ਸ਼ੀਂ ਸ਼ੇਰ ਦੀ ਤਰ੍ਹਾਂ ਬਣੇ ਹੋਏ ਨੇ। ਉਲਟਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਰ ਵਰਗਿਆਂ ਨੂੰ ਜਾਬਰ ਕਿਹਾ। ਸੋ ਇਹ ਸਾਹਮਣੇ ਬੋਲਣ ਦੀ ਹਿੰਮਤ ਕਿਹਦੇ ਵਿੱਚ ਹੁੰਦੀ ਹੈ? ਜਿਹਦੇ ਅੰਦਰ ਸੱਚ ਹੋਵੇ, ਪਰਮਾਤਮਾ ਦਾ ਨਾਮ ਹੋਵੇ,
ਨਿਰਭਉ ਤੇ ਨਿਰਵੈਰ ਹੋਵੇ, ਉਹਦੇ ਵਿੱਚ ਇਹ ਹਿੰਮਤ ਆ ਸਕਦੀ ਹੈ। ਜਿਹਨੂੰ ਮੌਤ ਦਾ ਡਰ ਹੈ ਤੇ ਉਹ ਰਾਜੇ ਤੋਂ ਕਿਉਂ ਨਹੀਂ ਡਰੇਗਾ? ਕਿਉਂਕਿ ਰਾਜੇ ਦੇ ਹੁਕਮ ਵਿੱਚ ਜੋ ਮੌਤ ਦਾ ਆਰਡਰ ਹੈ ਉਹ ਆਰਡਰ ਦੇ ਸਕਦਾ ਹੈ, ਹੁਕਮ ਦੇ ਸਕਦਾ ਹੈ ਕਿ ਇਸ ਨੂੰ ਹੁਣੇ ਹੀ ਫੜ ਕੇ ਬੰਦੀਖਾਨੇ ਵਿੱਚ ਪਾ ਦਿਓ, ਜੇਲ੍ਹ ਵਿੱਚ ਪਾ ਦਿਓ। ਇਹ ਤਾਦਕ ਪਹਿਲਾਂ ਰਾਜਿਆਂ ਦਾ ਇਹ ਢੰਗ ਹੁੰਦਾ ਸੀ, ਇੱਕ ਤਰ੍ਹਾਂ ਦਾ ਨਿਯਮ ਹੁੰਦਾ ਸੀ ਕਿ ਜੋ ਬੋਲਦੇ ਨੇ ਉਸੇ ਨੂੰ ਹੀ ਸੱਚ ਕਰਕੇ ਮੰਨਿਆ ਜਾਂਦਾ ਸੀ। ਭਾਵੇਂ ਉਹ ਕਪਟੀ ਹੋਵੇ, ਉਹਨੇ ਕਪਟ ਦੇ ਵਾਸਤੇ ਕਿਹਾ ਹੋਵੇ, ਪਰ ਉਸ ਨੂੰ ਸੱਤ ਕਰਕੇ ਮੰਨਣਾ ਪ੍ਰਜਾ ਦਾ ਧਰਮ ਬਣ ਗਿਆ ਸੀ। ਉਸ ਤੋਂ ਬਾਅਦ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਇੱਕ ਲੋਕਤੰਤਰ ਰਾਜ ਹੈ। ਲੋਕਾਂ ਦੀ ਚੁਣੇ ਹੋਏ ਨੁਮਾਇੰਦੇ ਰਾਜ ਕਰਦੇ ਨੇ, ਪਰ ਜਦੋਂ ਰਾਜ ਗੱਦੀਆਂ ਤੇ ਬੈਠਦੇ ਨੇ ਉਸ ਵੇਲੇ ਛਲ ਤੇ ਛਿਦਰ ਨੂੰ ਮਨ ਵਿੱਚੋਂ ਕੱਢਦੇ ਨਹੀਂ। ਉਹ ਮਨ ਵਿੱਚ ਉਸੇ ਤਰ੍ਹਾਂ ਹੀ ਬਰਕਰਾਰ ਰਹਿੰਦਾ ਹੈ ਜਿਵੇਂ ਪਹਿਲੇ ਰਾਜੇ ਆਪਣੇ ਹੁਕਮ ਦੇ ਨਾਲ ਪ੍ਰਜਾ ਦੇ ਉੱਪਰ ਜਿੰਨਾ ਮਰਜ਼ੀ ਜ਼ੁਲਮ ਕਰਦੇ ਨੇ, ਜਿੰਨਾ ਮਰਜ਼ੀ ਤਸ਼ੱਦਦ ਕਰਦੇ ਨੇ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਅੱਜ ਵੀ ਉਸ ਨੂੰ ਹੋਰ ਢੰਗ ਦੇ ਦਿੱਤਾ ਗਿਆ ਕਿ ਆਪਣੀ ਰਾਜ ਸੱਤਾ ਦੀ ਸ਼ਕਤੀ ਦੇ ਨਾਲ ਇਹੋ ਜਿਹੇ ਕਾਨੂੰਨ ਬਣਾ ਦਿਓ ਜਿਹਦੇ ਨਾਲ ਪ੍ਰਜਾ ਨੂੰ ਲੁੱਟਿਆ ਜਾ ਸਕੇ, ਪ੍ਰਜਾ ਦਾ ਗਲ ਘੁੱਟਿਆ ਜਾ ਸਕੇ। ਜੇ ਕੋਈ ਅੱਗੋਂ ਆਵਾਜ਼ ਉਠਾਵੇ ਤੇ ਉਹਨੂੰ ਕਿਹਾ ਜਾ ਸਕੇ ਕਿ ਤੂੰ ਕਾਨੂੰਨ ਦੇ ਉਲਟ ਬੋਲਦਾ, ਤੂੰ ਦੇਸ਼ ਦੀ ਰਾਜਤੰਤਰ ਜੋ ਪ੍ਰਣਾਲੀ ਹੈ, ਲੋਕ ਸਭਾ ਹੈ, ਰਾਜ ਸਭਾ ਹੈ, ਉਹਦੇ ਵਿੱਚ ਸਥਾਪਿਤ ਕੀਤੇ ਕਾਨੂੰਨਾਂ ਦੇ ਤੂੰ ਉਲਟ ਚੱਲ ਰਿਹਾ ਹੈ। ਅੱਜ ਇਸੇ ਤਰ੍ਹਾਂ ਹੋਇਆ। ਸਾਧ ਸੰਗਤ ਜੀ ਧਿਆਨ ਮਾਰ ਕੇ ਦੇਖੋ ਕਿ ਜਦੋਂ ਅੱਜ ਦੇ ਜਿਹੜੇ ਦਿਨ ਆ, ਜਦੋਂ ਉਹਨਾਂ ਨੂੰ ਦੇਖਦੇ ਆ ਤੇ ਅੱਜ ਰਿਹਾ ਵਰਤ ਰਿਹਾ ਵਰਤਾਰਾ ਨੂੰ ਦੇਖਦੇ ਆ, ਇਤਿਹਾਸ ਨੂੰ ਤੱਕਦੇ ਆ ਤੇ ਅੱਜ ਪ੍ਰਤੱਖ ਪ੍ਰਮਾਣ ਨੂੰ ਤੱਕਦੇ ਆ ਤੇ ਗੁਰਸਿੱਖਾਂ ਦੀਆਂ ਕੁਰਬਾਨੀਆਂ, ਗੁਰਸਿੱਖਾਂ ਦਾ ਇਤਿਹਾਸ, ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਗੁਰਸਿੱਖਾਂ ਦੇ ਚਿਹਨ ਵਿੱਚ ਦੀ ਗੁਜ਼ਰਦਾ ਹੈ। ਸਾਧ ਸੰਗਤ ਜੀ ਅੱਜ ਮੀਲਾਂ ਤੱਕ ਦਿੱਲੀ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਗੁਰਸਿੱਖ ਤੇ ਸਮੁੱਚੇ ਰੂਪ ਵਿੱਚ ਸਾਰੇ ਹੀ ਭਾਰਤ ਦੇ ਕਿਸਾਨ ਬੈਠੇ ਨੇ। ਇੰਨੀ ਠੰਡ ਵਿੱਚ ਬੈਠੇ ਨੇ ਕਿ ਅੱਜ ਦੇ ਲੋਕਤੰਤਰਕ ਰਾਜੇ ਤੋਂ ਇਹ ਨਿਆਂ ਮੰਗਦੇ ਨੇ ਕਿ ਸਾਡੇ ਨਾਲ ਇਨਸਾਫ ਕਰੋ, ਸਾਡੇ ਨਾਲ ਧੱਕਾ ਨਾ ਕਰੋ, ਬੇਇਨਸਾਫੀ ਨਾ ਕਰੋ, ਸਾਡਾ ਭਵਿੱਖ ਖਤਰੇ ਵਿੱਚ ਨਾ ਪਾਓ। ਪਰ ਮਹੀਨਿਆਂ ਬੱਧੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਇਹ ਰਾਜ ਹੈ, ਇਹ ਡੈਮੋਕ੍ਰੇਸੀ ਹੈ, ਲੋਕਤੰਤਰ ਹੈ। ਉਲਟਾ ਇਹ ਕਿਹਾ ਜਾਂਦਾ ਹੈ, ਦਾਸ ਪਿਛਲੇ 20-25 ਦਿਨ ਤੋਂ ਉੱਥੇ ਹੀ ਹੈ। ਮੈਂ ਰਾਤ ਹੀ ਆਇਆ ਉੱਥੋਂ। ਸਾਧ ਸੰਗਤ ਜੀ ਕਹਿਣ ਨੂੰ ਕੀ, ਸੁਣਨ ਨੂੰ ਕੀ ਮਿਲਦਾ ਹੈ ਕਿ ਇਹ ਸਿਰਫ ਪੰਜਾਬ ਦੇ ਲੋਕ ਨੇ ਜਿਹੜੇ ਦੇਸ਼ ਵੱਲੋਂ ਬਣਾਏ ਕਾਨੂੰਨ ਦੇ ਉਲਟ ਬੋਲਦੇ ਨੇ। ਹੋਰ ਕਿਸੇ ਪ੍ਰਾਂਤ ਵਿੱਚੋਂ ਐਸੀ ਆਵਾਜ਼ ਨਹੀਂ ਉੱਠਦੀ। ਇਹ ਕਿਹੋ ਜਿਹੇ ਲੋਕ ਨੇ? ਵਾਕਿਆ ਹੀ ਹੋਰ ਤਰ੍ਹਾਂ ਦੇ ਲੋਕ ਨੇ, ਕਿਉਂਕਿ ਕਦੇ ਨਾਦਰ ਸ਼ਾਹ, ਕਦੇ ਅਬਦਾਲੀ, ਕਦੇ ਗਜ਼ਬਨੀ, ਸਾਰੇ ਦੇਸ਼ ਦੇ ਸੂਬਿਆਂ ਨੂੰ ਲੁੱਟਦਾ। ਜਦੋਂ ਪੰਜਾਬ ਵਿੱਚ ਦੀ ਗੁਜ਼ਰਦਾ ਤੇ ਪੰਜਾਬ ਦੇ ਲੋਕ ਵਾਕਿਆ ਹੀ ਹੋਰ ਤਰ੍ਹਾਂ ਦੇ ਨੇ। ਉਹ ਉਹਨਾਂ ਨੂੰ ਵੀ ਹਲਕਾ ਕਰ ਦਿੰਦੇ ਸੀ, ਉਹਨਾਂ ਦੇ ਮੂਹਰੇ ਵੀ ਅੜ ਜਾਂਦੇ ਸੀ। ਇਤਿਹਾਸਕ ਤੱਥ ਨੇ ਕਿ ਨਾਦਰ ਆਪਣੇ ਕੁਰਸੀਨਾਮੇ ਵਿੱਚ ਆਪਣੇ ਆਪ ਨੂੰ ਸ਼ਮਸ਼ੀਰ ਦਾ ਪੁੱਤਰ ਮੰਨਦਾ ਸੀ, ਕਿਉਂਕਿ ਅਸਲੀਅਤ ਵਿੱਚ ਉਹ ਇੱਕ ਆਜੜੀ ਸੀ, ਭੇਡਾਂ ਚਾਰਨ ਵਾਲਾ ਸੀ। ਪਰ ਜਦੋਂ ਵਕਤ ਨੇ ਉਸ ਨੂੰ ਰਾਜ ਦਿੱਤਾ ਤੇ ਫਿਰ ਕੁਰਸੀਨਾਮੇ ਵਿੱਚ ਕੀ ਲਿਖਦਾ ਕਿ ਮੈਂ ਇੱਕ ਆਜੜੀ ਸੀ? ਨਹੀਂ, ਉਹਨੇ ਲਿਖਿਆ ਕਿ ਮੈਂ
ਸ਼ਮਸ਼ੀਰ ਦੇ ਨਾਲ ਦੇਸ਼ ਨੂੰ ਜਿੱਤਿਆ ਤੇ ਮੈਂ ਸ਼ਮਸ਼ੀਰ ਦਾ ਪੁੱਤਰ ਹਾਂ। ਪਰ ਜਦੋਂ ਜ਼ੁਲਮ ਕਰਦਿਆਂ ਕਰਦਿਆਂ ਨਾਦਰ ਦੀਆਂ ਫੌਜਾਂ ਜਦੋਂ ਪੰਜਾਬ ਵਿੱਚ ਆਉਂਦੀਆਂ ਤੇ ਉਸ ਸ਼ਮਸ਼ੀਰ ਦੇ ਪੁੱਤਰ ਨੂੰ ਵੀ ਖੜਕ ਧਾਰੀ ਖੰਡਾ ਧਾਰੀ ਗੁਰੂ ਕੇ ਸਿੱਖਾਂ ਨੇ ਝਾੜ ਕੇ ਰੱਖ ਦਿੱਤਾ ਸੀ। ਇਹ ਇਤਿਹਾਸ ਹੈ। ਵਾਕਈ ਹੋਰ ਤਰ੍ਹਾਂ ਦੇ ਲੋਕ ਨੇ, ਪਰ ਇਹ ਇਨਸਾਫੀ ਲੋਕ ਨੇ, ਸਰਬੱਤ ਦਾ ਭਲਾ ਮੰਨਣ ਵਾਲੇ ਲੋਕ ਨੇ। ਜੇ ਕਿਤੇ ਹਿੰਦੁਸਤਾਨ ਦੀਆਂ ਇੱਜ਼ਤਾਂ ਨੂੰ ਲੁੱਟਦੇ ਹੋਏ ਅਬਦਾਲੀ ਵਰਗੇ ਆਉਂਦੇ ਤੇ ਪੂਰੇ ਹਿੰਦੁਸਤਾਨ ਦਾ ਮਾਲ ਸਵਾ ਵੀ ਨਹੀਂ ਲੁੱਟਦੇ, ਸਾਡੀਆਂ ਇੱਜ਼ਤਾਂ ਲੁੱਟ ਕੇ, ਸਾਡੀਆਂ ਧੀਆਂ ਭੈਣਾਂ ਨੂੰ ਲੁੱਟ ਕੇ ਬੰਦੀ ਬਣਾ ਕੇ ਲਿਜਾਂਦੇ, ਤਾਂ ਕੰਨ ਦੇ ਛੰਭ ਵਿੱਚ ਇਹ ਹੋਰ ਤਰ੍ਹਾਂ ਦੇ ਲੋਕ ਅੱਗੇ ਅੜ ਜਾਂਦੇ ਸੀ। 58 ਹਜ਼ਾਰ ਨੂੰ ਛਡਾ ਕੇ ਫੇਰ ਪ੍ਰਸ਼ਾਦਾ ਛਕਦੇ ਸੀ। ਵਾਕਿਆ ਹੋਰ ਤਰ੍ਹਾਂ ਦੇ ਲੋਕ ਨੇ। ਸੋ ਅੱਜ ਦੇਸ਼ ਨੂੰ ਕਿਸ ਪਾਸੇ ਲਿਜਾਇਆ ਜਾ ਰਿਹਾ? ਸਮੁੱਚੇ ਦੇਸ਼ ਦਾ ਵਿਕਾਸ ਕਰਨ ਦੀਆਂ ਗੱਲਾਂ ਕਰਨ ਵਾਲੇ ਅੱਜ ਦੀ ਸਰਕਾਰ ਕੁਝ ਲੋਕਾਂ ਦਾ ਵਿਕਾਸ ਕਰਨਾ ਚਾਹੁੰਦੀ ਹੈ ਤੇ ਅੱਜ ਅਨਪੜ੍ਹਤਾ ਤੇ ਹੈ ਨਹੀਂ। ਭਾਵੇਂ ਕੋਈ ਵਪਾਰੀ ਹੈ, ਭਾਵੇਂ ਕੋਈ ਦੁਕਾਨਦਾਰ ਹੈ, ਭਾਵੇਂ ਕੋਈ ਜ਼ਿਮੀਂਦਾਰ ਹੈ, ਕਾਸ਼ਤਕਾਰ ਹੈ, ਖੇਤੀਕਾਰ ਹੈ, ਪੜ੍ਹੇ ਲਿਖੇ ਨੇ। ਉਹ ਸਮਝਦੇ ਨੇ ਕਿ ਸਾਡਾ ਭਵਿੱਖ ਖਤਰੇ ਵਿੱਚ ਪੈ ਰਿਹਾ ਹੈ। ਇਸ ਕਰਕੇ ਪੁਕਾਰ ਕੀਤੀ ਜਾ ਰਹੀ ਹੈ ਵੀ ਨਹੀਂ, ਸਾਡੇ ਹੱਕਾਂ ਤੇ ਦਿਨ ਦਿਹਾੜੇ ਡਾਕਾ ਨਾ ਮਾਰਿਆ ਜਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਜਿਹੜਾ ਰਾਜ ਕਪਟਨ, ਇਹ ਰਾਜ ਦੇ ਕਪਟ ਦੇ ਦੁਆਰਾ ਫਿਰ ਬੜੇ ਪਿਆਰ ਦੇ ਨਾਲ ਕਿਹਾ ਜਾ ਰਿਹਾ ਵੀ ਜਿਹੜਾ ਅਸੀਂ ਲੁੱਟਣ ਦਾ ਕਾਨੂੰਨ ਬਣਾਇਆ ਤੁਹਾਡੇ ਹਿੱਤ ਵਿੱਚ ਹੈ, ਤੁਹਾਡੇ ਹੱਕ ਵਿੱਚ ਹੈ। ਪਰ ਜਿਹਦਾ ਗਲਾ ਘੁੱਟਿਆ ਜਾ ਰਿਹਾ ਹੋਵੇ ਉਹ ਕਵੇ ਕਿ ਮੈਨੂੰ ਸਾਹ ਨਹੀਂ ਆਉਣਾ, ਜੇ ਤੂੰ ਇਸੇ ਤਰ੍ਹਾਂ ਮੇਰਾ ਗਲਾ ਘੁੱਟੀ ਰੱਖਿਆ ਤੇ ਮੈਂ ਮਰ ਜਾਵਾਂਗਾ, ਤੇ ਜੁਰਮਾਨਾ ਤਾਂ ਕਹੇਗਾ ਨਾ, ਤੂੰ ਬੋਲ ਨਾ। ਤੇਰਾ ਗਲਾ ਵੀ ਘੁੱਟਿਆ ਜਾ ਰਿਹਾ ਤੇ ਤੇਰੇ ਹੱਕ ਵਿੱਚ ਹੈ, ਤੇਰੇ ਹਿੱਤ ਵਿੱਚ ਹੈ। ਅੱਜ ਇਹ ਕੁਝ ਹੋ ਰਿਹਾ ਹੈ। ਸਾਧ ਸੰਗਤ ਜੀ, ਦੂਸਰੇ ਪਾਸੇ ਧਿਆਨ ਮਾਰੋ। ਅੱਜ ਦਾ ਦਿਨ, ਅੱਜ 7 ਪੋਹ ਆ। ਅੱਜ ਜਿਹੜੀ ਰਾਤ ਬੀਤੀ ਹੈ 6 ਤੇ 7 ਪੋਹ ਦੀ ਵਿਚਕਾਰਲੀ ਰਾਤ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਦੇ ਦਿਨ ਸਤਿਗੁਰੂ ਨੇ ਲੋਹਗੜ੍ਹ ਦਾ ਕਿਲਾ ਛੱਡਿਆ ਸੀ, ਅਨੰਦਪੁਰ ਸਾਹਿਬ ਛੱਡਿਆ ਸੀ। ਉਦੋਂ ਵੀ ਗੱਲ ਕੀ ਸੀ? ਇਹਨਾਂ ਲੋਕਾਂ ਨਾਲ ਦੁਸ਼ਮਣੀ ਕੀ ਸੀ ਕਲਗੀਧਰ ਮਹਾਰਾਜ ਦੀ? ਇਹਨਾਂ ਦਾ ਮੱਥਾ ਤਾਂ ਉਦੋਂ ਹੀ ਠਣਕਿਆ ਸੀ ਜਦੋਂ ਇਹਨਾਂ ਦੇ ਮੁਤਾਬਕ ਨੀਚ ਕੁਲਾਂ ਦੇ ਵਿੱਚੋਂ ਭਾਈ ਜੀਵਨ, ਭਾਈ ਜੈਤਾ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਪਹੁੰਚਿਆ ਸੀ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਲੈ ਕੇ, ਤੇ ਸਤਿਗੁਰੂ ਨੇ ਗਹੁ ਨਾਲ ਜਿੱਥੇ ਸੀਸ ਨੂੰ ਤੱਕਿਆ, ਨਮਸਕਾਰ ਕੀਤੀ, ਉੱਥੇ ਭਾਈ ਜੈਤੇ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਨਾਲ ਬਚਨ ਕੀਤਾ, ਸਿੰਘਰੇਟੇ गुरु के बेटे रहे पंथ के साथ समेटे। ਜਦੋਂ ਇਹ ਬਚਨ ਕਹੇ ਕਿ ਉਦੋਂ ਹੀ ਇਹਨਾਂ ਲੋਕਾਂ ਦਾ ਮੱਥਾ ਠਣਕ ਗਿਆ ਸੀ, ਉਦੋਂ ਬਾਅਦ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ। ਜਿਨ੍ਹਾਂ ਨੂੰ ਇਹ ਨੀਚ ਜਾਤਾਂ ਨਾਈ, ਛਿੰਬੇ, ਜਲਾਏ, ਝੀਰ ਕਹਿ ਕੇ ਬੁਲਾਉਂਦੇ ਸੀ, ਉਹਨਾਂ ਨੂੰ ਸਵੈਮਾਨ ਬਖਸ਼ ਕੇ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਇਹ ਮੇਰਾ ਖਾਲਸਾ ਹੈ, ਇਹ ਮੇਰਾ ਹੀ ਰੂਪ ਹੈ। ਤੇ ਉਹ ਸਵੈ ਮਾਣ ਦੇ ਨਾਲ ਜ਼ਿੰਦਗੀ ਜਿਉਣ ਨੂੰ ਤਰਜੀਹ ਦੇਣ ਲੱਗੇ। ਜਿਨ੍ਹਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਕਲਗੀਧਰ ਮਹਾਰਾਜ ਨੇ, ਤੇ ਜਦੋਂ ਉਹ ਧੌਣ ਉੱਚੀ ਕਰਕੇ ਜ਼ਿੰਦਗੀ ਦੇ ਸਫ਼ਰ ਵਿੱਚ ਤੁਰੇ, ਤਾਂ ਫਿਰ ਇਹਨਾਂ ਲੋਕਾਂ ਨੂੰ, ਭਾਵੇਂ ਉਹ ਮੁਗਲ ਸੀ, ਪਠਾਨ ਸੀ, ਭਾਵੇਂ ਉਹ ਬ੍ਰਾਹਮਣ ਸੀ, ਭਾਵੇਂ ਉਹ 22 ਧਾਰ ਦੇ ਰਾਜੇ ਸੀ, ਉਹਨਾਂ ਦੀ ਛਾਤੀ ਵਿੱਚ ਜਲਨ ਹੋਈ। ਕਲਗੀਧਰ ਪਾਤਸ਼ਾਹ ਜੀ ਨੂੰ ਲਾਂਭੇ ਵੀ ਦਿੱਤੇ ਕਿ ਤੁਸੀਂ ਨੀਚ ਜਾਤਾਂ ਦੇ ਲੋਕਾਂ ਨੂੰ ਇੱਕੇ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਬਰਾਬਰ ਦੇ ਥਾਪ ਦਿੱਤਾ। ਤੇ ਦੂਸਰੇ ਪਾਸੇ ਸਦੀਆਂ ਤੋਂ ਲਤਾੜੇ ਉਹ ਲੋਕ, ਜਿਨ੍ਹਾਂ ਨੂੰ ਹਰ ਤਰ੍ਹਾਂ ਦਾ ਜ਼ੁਲਮ ਦੇ ਅੰਦਰ
ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ ਗਿਆ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਮੁਤਾਬਕ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਸੁਭਾਇਮਾਨ ਬਖਸ਼ ਕੇ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਰਾਹ ਸਿਖਾਇਆ ਸੀ। ਉਹਨਾਂ ਵਿੱਚ ਹਿੰਮਤ ਭਰੀ, ਉਹਨਾਂ ਵਿੱਚ ਬਰਾਬਰ ਦੀ ਜ਼ਿੰਦਗੀ ਜਿਉਣ ਦਾ ਅਹਿਸਾਸ ਭਰਿਆ ਤੇ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦੀਵਾਨੇ ਹੋ ਗਏ ਕਿ ਐਸਾ ਗੁਰੂ ਜਿਹੜਾ ਹਰ ਇੱਕ ਨੂੰ ਛਾਤੀ ਨਾਲ ਲਾ ਲਵੇ। ਤਕਲੀਫ ਹੈ ਹੀ ਸੀ ਤੇ ਇਹ ਸੋਮੇ ਨੂੰ ਬੰਦ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੂੰ ਘੇਰਾ ਪਾਇਆ। 8 ਮਹੀਨੇ ਘੇਰਾ ਰਿਹਾ, 8 ਮਹੀਨੇ ਯੁੱਧ ਹੁੰਦਾ ਰਿਹਾ। ਫੌਜਾਂ ਕਿੰਨੀਆਂ ਸੀ? 22 ਧਾਰ ਦੇ ਸਾਰੇ ਰਾਜਾਂ ਦੀਆਂ ਫੌਜਾਂ, ਉਧਰ ਔਰੰਗਜ਼ੇਬ ਦੀਆਂ ਫੌਜਾਂ, ਸਰਹੰਦ ਦੀਆਂ, ਲਾਹੌਰ ਦੀਆਂ ਫੌਜਾਂ ਘੇਰਾ ਪਾ ਕੇ ਬੈਠੀਆਂ ਨੇ। ਪਰ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਨਜ਼ਦੀਕ ਪਹੁੰਚਣ ਦੀ ਹਿੰਮਤ ਨਹੀਂ। ਅੱਗੋਂ ਤੀਰਾਂ ਦਾ ਮੀਂਹ ਵਰਦਾ ਹੈ, ਯੁੱਧ ਲੜਿਆ ਜਾਂਦਾ ਹੈ ਤੇ ਫਿਰ ਇਹ ਲੋਕ ਦਿਨੋਂ ਦਿਨ ਜਿਵੇਂ ਜਿਵੇਂ ਮਹੀਨੇ ਬੀਤੇ, ਅੱਗੇ ਦਿਨ ਬੀਤਣੇ ਸ਼ੁਰੂ ਹੋਏ ਕਿ ਇਹ ਸਾਡੀ ਮੁਗਲ ਸਰਕਾਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਜੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਨਾ ਕਰ ਸਕੇ। ਅਸੀਂ ਤੇ ਬੜੇ ਦਮਗਜੇ ਮਾਰੇ ਨੇ ਕਿ ਅਸੀਂ ਤੇ ਗੁਰੂ ਸਾਹਿਬ ਨੂੰ ਪਲਾਂ ਵਿੱਚ ਫੜ ਲਿਆਵਾਂਗੇ। ਪਰ ਜਦੋਂ ਸਮਾਂ ਬੀਤਦਾ ਗਿਆ ਫਿਰ ਧਰਮ ਦਾ ਬਹਾਨਾ ਬਣਾਇਆ, ਧਰਮ ਦਾ ਸਹਾਰਾ ਲਿਆ। ਵੱਡੇ ਵੱਡੇ ਨਾਜ਼ਮ ਮੀਆਂ, ਵੱਡੇ ਵੱਡੇ ਜੋ ਕਾਜੀ ਮੁੱਲਾ, ਵੱਡੇ ਵੱਡੇ ਬ੍ਰਾਹਮਣ ਪੰਡਤ ਠਾਕਰ, ਇਹਨਾਂ ਨੇ ਸਕੀਮਾਂ ਬਣਾਈਆਂ, ਆਟੇ ਦੀਆਂ ਗਊਆਂ ਬਣਾਈਆਂ ਤੇ ਬਾਦਸ਼ਾਹ ਵੱਲੋਂ ਚਿੱਠੀ ਲਿਖੀ ਗਈ ਕਿ ਗੁਰੂ ਮਹਾਰਾਜ ਆਪ ਕਿਲਾ ਛੱਡ ਜਾਓ, ਅਨੰਦਪੁਰ ਸਾਹਿਬ ਛੱਡ ਜਾਓ। ਕਿਉਂ ਛੱਡ ਜਾਓ? ਕਿਉਂਕਿ ਅਸੀਂ ਬਹੁਤ ਚਿਰ ਤੋਂ ਘੇਰਾ ਪਾ ਕੇ ਬੈਠੇ ਹਾਂ। ਜੇ ਤੁਸੀਂ ਕਿਲਾ ਨਹੀਂ ਛੱਡਦੇ ਤੇ ਅਸੀਂ ਸਮਝੌਤਾ ਉਦਾਂ ਹੀ ਕਰ ਲੈਂਦੇ ਹਾਂ ਤੇ ਇਹਦੇ ਨਾਲ ਦੁਨੀਆ ਦੇ ਵਿੱਚ ਸਾਡਾ ਮਾਣ ਨਹੀਂ ਰਹਿੰਦਾ, ਸਾਡਾ ਅਪਮਾਨ ਟੁੱਟ ਜਾਏਗਾ। ਸਾਡੇ ਸਵੈਮਾਨ ਦੀ ਖਾਤਰ ਮਹਾਰਾਜ ਤੁਸੀਂ ਕਿਲਾ ਛੱਡ ਜਾਓ ਤੇ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ, ਆਟੇ ਦੀਆਂ ਗਊਆਂ ਬਣਾ ਕੇ ਅਸੀਂ ਇਸ ਦੀ ਕਸਮ ਖਾਂਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰ ਤਰ੍ਹਾਂ ਸਤਿਗੁਰੂ ਜੀ ਸਮਝਦੇ ਨੇ, ਅੰਤਰਜਾਮੀ ਨੇ, ਆਪਣੇ ਗੁਰਸਿੱਖਾਂ ਨੂੰ ਸਮਝਾ ਰਹੇ ਨੇ। ਜਿਹੜੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਇਹ ਪਰਪੱਕਤਾ ਦੇ ਨਾਲ ਬਚਨ ਸਮਝਾਏ ਕਿ ਗੁਰੂ ਕੇ ਸਿੱਖੋ, ਇੱਕ ਯੁੱਧ ਦੀ ਨੀਤੀ ਆਏ ਕਿ ਯੁੱਧ ਦੇ ਸਮੇਂ ਯੁੱਧ ਦੇ ਵਿੱਚ ਲੜਦਿਆਂ ਹੋਇਆਂ ਸ਼ਹੀਦ ਹੋ ਜਾਣਾ, ਇਹੀ ਇੱਕੋ ਇੱਕ ਰਸਤਾ ਹੈ। ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ, ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ। ਇਹ ਸ਼ਾਸਤਰ ਇਸ ਲਈ ਤੁਹਾਨੂੰ ਪਹਿਨਾਏ ਨੇ ਕਿ ਅੰਤਮ ਸਵਾਸ ਤੱਕ ਯੁੱਧ ਵਿੱਚ ਜੂਝਣਾ ਹੈ, ਪਰ ਦੁਸ਼ਮਣ ਦੇ ਹੱਥ ਨਹੀਂ ਆਉਣਾ। ਕੱਲੇ ਕੱਲੇ ਗੁਰਸਿੱਖ ਦੇ ਮਨ ਵਿੱਚ ਇਹ ਵਲਵਲਾ ਸੀ ਕਿ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਸਵਾਸਾਂ ਨਾਲ ਨਿਭਾਉਣਾ ਹੈ। ਇਸ ਵਾਸਤੇ ਇੱਕ ਵੀ ਸਿੱਖ ਨੂੰ ਬੰਦੀ ਨਹੀਂ ਬਣਾ ਸਕੇ। ਕਲਗੀਧਰ ਮਹਾਰਾਜ ਨੂੰ ਤਾਂ ਕੀ ਬਣਾਉਣਾ ਹੈ? ਇੱਕ ਵੀ ਗੁਰੂ ਕੇ ਸਿੰਘ ਨੂੰ ਬੰਦੀ ਨਹੀਂ ਬਣਾ ਸਕੀਆਂ ਫੌਜਾਂ। ਤਾਂ ਇਹ ਮਿੰਟ ਦੇ ਰਸਤੇ ਤੇ ਆਏ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਵੀ ਦੱਸ ਦਿੱਤਾ ਸੀ, ਗੁਰੂ ਕੇ ਸਿੰਘੋ, ਇਹ ਛਾਲਾ ਹੈ, ਰਾਜ ਕਪਟਨ, ਇਹ ਰਾਜ ਦਾ ਕਪਟ ਹੈ, ਇਹਦੇ ਵਿੱਚੋਂ ਬਚਣ ਦੀ ਲੋੜ ਹੈ। ਤੁਸੀਂ ਇਸੇ ਕਿਲੇ ਦੇ ਵਿੱਚ ਹੀ ਟਿਕੋ। ਪਰ ਜਦੋਂ ਸੁਗੰਧ ਦਾ ਸਵਾਲ ਆਇਆ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅਸੀਂ ਸਾਰੇ ਧਰਮਾਂ ਦਾ ਮਾਣ ਕਰਦੇ ਹਾਂ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਜੇ ਕੋਈ ਕੁਰਾਨ ਦੀਆਂ ਕਸਮਾਂ ਖਾ ਕੇ, ਆਟੇ ਦੀਆਂ ਗਊਆਂ ਬਣਾ ਕੇ ਤੇ ਇਹ ਸਹੁੰਆਂ ਖਾਂਦੇ ਨੇ ਤੇ ਇਹਨਾਂ ਸਹੁੰਆਂ ਦੇ ਨਾਲ ਚਿੱਠੀਆਂ ਲਿਖ ਕੇ ਭੇਜਦੇ ਨੇ ਕਿ ਅਸੀਂ ਜੰਗਬੰਦੀ ਦਾ ਐਲਾਨ ਕਰ ਦਿੰਦੇ ਹਾਂ ਤੇ ਗੁਰੂ ਕੇ ਸਿੱਖਾਂ ਦੇ ਕਹੇ ਹੋਏ ਬਚਨਾਂ ਨੂੰ ਮੰਨਦਿਆਂ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਲਾ ਛੱਡ ਦਿੱਤਾ। ਸਾਜੋ ਸਮਾਨ ਫੌਜਾਂ ਨੂੰ ਕਹਿ ਦਿੱਤਾ, ਜਿਹੜੇ ਆਟੇ ਦੀਆਂ ਗਊਆਂ ਬਣਾ ਕੇ ਆਏ ਸੀ ਉਹਨਾਂ ਨੂੰ ਵੀ ਬਚਨ ਦੇ ਦਿੱਤਾ ਕਿ ਅਸੀਂ ਕੁਝ ਦਿਨਾਂ ਵਿੱਚ ਅਨੰਦਪੁਰ ਸਾਹਿਬ ਛੱਡ ਜਾਵਾਂਗੇ। ਤਾਂ ਬੜੇ ਜਸ਼ਨ ਮਨਾਉਣ ਲੱਗੇ ਕਿ ਕਿਲੇ ਵਿੱਚ ਸਾਨੂੰ ਲੜਾਈ ਲੜਨੀ ਬੜੀ ਔਖੀ ਹੈ, ਕਿਲੇ ਤੱਕ ਪਹੁੰਚਣਾ ਬੜਾ ਔਖਾ ਹੈ। ਜਦੋਂ ਖੁੱਲੇ ਮੈਦਾਨ ਵਿੱਚ ਆ ਜਾਣਗੇ ਗੁਰੂ ਸਾਹਿਬ ਤੇ ਇਹਨਾਂ ਨੂੰ ਫੜਨਾ ਫਿਰ ਕੀ ਔਖਾ ਹੈ। ਮਨ ਵਿੱਚ ਇਹ ਕਪਟ ਨੇ, ਰਾਜ ਕਪਟਨ, ਇਹ ਕਪਟ ਹੈ ਰਾਜ ਦਾ।
ਨੀਤੀ ਦਾ ਕਪਟ ਹੈ ਦਿਲ ਦੇ ਵਿੱਚ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੌਣ ਛੱਡ ਸਕਦਾ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ, ਮਾਤਾ ਗੁਜਰ ਕੌਰ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ, ਚਾਰੇ ਸਾਹਿਬਜ਼ਾਦਿਆਂ ਨੂੰ ਨਾਲ ਲਿਆ ਤੇ ਕਿਲ੍ਹਾ ਤਿਆਗ ਦਿੱਤਾ। ਕਿਲ੍ਹਾ ਤਿਆਗ ਕੇ ਪਿਛਲੀ ਰਾਤ ਜਿਹੜੀ ਰਾਤ ਲੰਘੀ ਹੈ ਨਾ, ਰਾਤ ਦੇ ਪਿਛਲੇ ਪਹਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਲ੍ਹਾ ਛੱਡਿਆ। ਇਹ ਦਿਨ ਸਾਨੂੰ ਕਦੇ ਵੀ ਨਹੀਂ ਭੁੱਲਣੇ ਚਾਹੀਦੇ, ਕਦੇ ਵੀ। ਵੈਸੇ ਤਾਂ ਸਾਰਾ ਇੱਕ ਦਿਨ ਇਤਿਹਾਸ ਨਾਲ ਭਰਿਆ ਪਿਆ ਹੈ, ਪਰ ਸਾਧ ਸੰਗਤ ਜਿਹੜਾ ਹੱਥੀਂ ਆਨੰਦਪੁਰ ਸਾਹਿਬ ਵਸਾਇਆ, ਕਿਲ੍ਹੇ ਉਸਾਰੇ, ਜਿੱਥੇ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਜਿਹਦਾ ਨਾਮ ਕੇਸਗੜ੍ਹ ਸਾਹਿਬ ਰੱਖਿਆ, ਉਸ ਧਰਤੀ ਨੂੰ ਤਿਆਗਣਾ ਕਿੰਨਾ ਔਖਾ ਸੀ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਨਾਲ ਲਿਆ, ਯੋਧਿਆਂ ਨੂੰ ਨਾਲ ਲਿਆ, ਕਿਲ੍ਹਾ ਤਿਆਗ ਦਿੱਤਾ, ਆਨੰਦਪੁਰ ਸਾਹਿਬ ਛੱਡ ਦਿੱਤਾ। ਗੁਰਦੁਆਰਾ ਸਾਹਿਬ ਅਤੇ ਇੱਥੋਂ ਦੀ ਸੇਵਾ ਸੰਭਾਲ ਲਈ ਇੱਕ ਸਾਧੂ ਗੁਰਬਖਸ਼, ਭਾਈ ਗੁਰਬਖਸ਼ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਅਦਾਸੀ ਸਾਧੂ ਨੂੰ ਸੇਵਾ ਸੌਂਪ ਦਿੱਤੀ ਕਿ ਤੂੰ ਇੱਥੇ ਟਿਕਣਾ ਭਾਈ, ਤੂੰ ਸੇਵਾ ਸੰਭਾਲ ਕਰਨੀ ਹੈ। ਇਹ ਵਹੀਰ ਸਤਿਗੁਰੂ ਪਾਤਸ਼ਾਹ ਜੀ ਦਾ ਦਲ ਹਲੇ ਕੀਰਤਪੁਰ ਸਾਹਿਬ ਵੀ ਨਹੀਂ ਪਹੁੰਚਿਆ, ਜਦੋਂ ਸੂਚੀਆਂ ਫੌਜਾਂ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ ਸੀ, ਸਤਿਗੁਰੂ ਦੇ ਉੱਪਰ ਹਮਲਾ ਕਰ ਦਿੱਤਾ। ਸਤਿਗੁਰੂ ਬੇਪਰਵਾਹ ਸੱਚੇ ਪਾਤਸ਼ਾਹ ਜੀ ਚੱਲੇ ਜਾ ਰਹੇ ਨੇ। ਸਤਿਗੁਰੂ ਜੀ ਦਾ ਵੱਡਾ ਸਾਹਿਬਜ਼ਾਦਾ ਸਾਹਿਬ ਬਾਬਾ ਅਜੀਤ ਸਿੰਘ ਜੀ, ਭਾਈ ਉਦੇ ਸਿੰਘ ਜੀ, ਇਹ ਸਾਰੇ ਦਲਾਂ ਦਾ ਪਿੱਛੋਂ ਮੁਕਾਬਲਾ ਕਰਦੇ ਹੋਏ, ਦੁਸ਼ਮਣ ਫੌਜਾਂ ਦਾ ਮੂੰਹ ਮੋੜਦੇ ਹੋਏ ਪਿੱਛੇ ਮੁਕਾਬਲਾ ਕਰਦੇ ਨੇ ਤੇ ਦਲ ਅੱਗੇ ਤੁਰਿਆ ਜਾ ਰਿਹਾ। ਇਸੇ ਤਰ੍ਹਾਂ ਪਰਿਵਾਰ ਵਿਛੋੜਾ ਜਿੱਥੇ ਆ, ਇਸ ਥਾਂ ਤੇ ਸਤਿਗੁਰੂ ਜਦੋਂ ਪਹੁੰਚੇ ਨੇ, ਸਾਧ ਸੰਜੀ ਅੱਗੋਂ ਬਰਸਾਤਾਂ ਝੜੀਆਂ ਲੱਗੀਆਂ ਨੇ, ਸਰਦੀ ਦੇ ਦਿਨ ਨੇ, ਸੋ ਸਰਸਾ ਨਦੀ ਦੇ ਵਿੱਚ ਭਾਰੀ ਹੜ੍ਹ ਆਇਆ ਹੋਇਆ ਹੈ, ਤੇਜ਼ ਰਫ਼ਤਾਰ ਦੇ ਨਾਲ ਜਲ ਚੱਲ ਰਿਹਾ ਹੈ, ਪਰ ਸਤਿਗੁਰੂ ਬੇਪਰਵਾਹ ਉਹ ਸਰਸਾ ਨੂੰ ਪਾਰ ਕੀਤਾ। ਬਹੁਤ ਸਾਰੇ ਸਿੰਘ ਬਹੁਤ ਸਾਰੇ ਘੋੜੇ ਇਹ ਸਰਸਾ ਦੀ ਭੇਟ ਵੀ ਚੜ੍ਹ ਗਏ। ਸਤਿਗੁਰੂ ਪਾਤਸ਼ਾਹ ਜੀ ਨੇ ਸਰਸਾ ਪਾਰ ਕੀਤੀ, ਨਿਤਨੇਮ ਕੀਤਾ। ਸਤਿਗੁਰੂ ਜੀ ਆਪ ਆਸਾ ਦੀ ਵਾਰ ਲਾ ਰਹੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਨੇ। ਧਿਆਨ ਧਰੋ ਗੁਰੂ ਖਾਲਸਾ ਜੀ, ਨਦੀ ਵਿੱਚ ਲੰਘਦਿਆਂ ਸਰਦੀ ਦੇ ਮਹੀਨੇ ਸਾਰੇ ਬਸਤਰ ਭਿੱਜੇ ਹੋਏ ਨੇ, ਪਿੱਛੇ ਫੌਜਾਂ ਚੜੀਆਂ ਹੋਈਆਂ ਨੇ, ਘਮਸਾਨ ਦਾ ਯੁੱਧ ਵੀ ਹੋ ਰਿਹਾ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਆਸਾ ਜੀ ਦੀ ਵਾਰ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਆਪ ਕੀਤਾ। ਸਾਨੂੰ ਇਹ ਯੁਕਤੀ ਦੱਸੀ, ਇਹ ਨਹੀਂ ਕਹਿਣਾ ਕਿ ਮੈਂ ਬਿਮਾਰ ਹੋ ਗਿਆ, ਮੈਂ ਸਫ਼ਰ ਵਿੱਚ ਸੀ, ਮੈਂ ਤਕਲੀਫ ਵਿੱਚ ਸੀ ਤਾਂ ਨਹੀਂ ਮੈਂ ਨਿਤਨੇਮ ਕੀਤਾ। ਇਹ ਸਾਡੇ ਲਈ ਪੱਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਸਤੇ ਤੈਅ ਕੀਤੇ ਨੇ, ਆਪ ਪ੍ਰੈਕਟੀਕਲ ਰੂਪ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ। ਰਹੋ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਮਗਰੋਂ ਆਏ ਨੇ, ਸਾਧ ਸੰਗਤ ਜੀ ਇਸ ਤੋਂ ਅੱਗੇ ਚੱਲੇ ਨੇ, ਰੋਪੜ ਤੱਕ ਭਾਈ ਬਚਿੱਤਰ ਸਿੰਘ ਜੀ, ਹੋਰ ਬਹੁਤ ਸਾਰੇ ਸਿੰਘ ਜ਼ਖਮੀ ਹੋਏ ਨੇ, ਅਤੇ ਲੜਾਈ ਲੜਦਿਆਂ ਸਤਿਗੁਰੂ ਪਾਤਸ਼ਾਹ ਜੀ ਯੁੱਧ ਕਰਦਿਆਂ ਸ਼ਾਮ ਤੱਕ ਚਮਕੌਰ ਪਹੁੰਚੇ ਨੇ। ਸਤਿਗੁਰੂ ਪਾਤਸ਼ਾਹ ਜੀ ਇੱਥੇ ਤੱਕ ਪਹੁੰਚ ਗਏ ਤੇ ਉਦੋਂ ਤੱਕ ਸਿਰਫ 40 ਸਿੱਖ ਸਤਿਗੁਰੂ ਦੇ ਨਾਲ ਨੇ, ਪਰ ਜਿਹੜੀਆਂ 10 ਲੱਖ ਫੌਜਾਂ ਜਿਸ ਦਾ ਜ਼ਿਕਰ ਸਤਿਗੁਰੂ ਜੀ ਨੇ ਜਫਰਨਾਮੇ ਵਿੱਚ ਕੀਤਾ ਹੈ, 10 ਲੱਖ ਫੌਜਾਂ ਘੇਰਾ ਪਾ ਕੇ ਕਿ ਹੁਣ ਕੋਈ ਗੱਲ ਨਹੀਂ, ਕਿੱਥੋਂ ਤੱਕ ਜਾਣਗੇ, ਕਿਉਂਕਿ ਉਹਨਾਂ ਨੇ ਵੀ ਸਰਸਾ ਪਾਰ ਕਰਨੀ ਸੀ। ਸਰਸਾ ਦੇ ਪਿੱਛੇ ਤੋਪਖਾਨਾ ਤੇ ਰਸਾਲਾ ਪਿੱਛੇ ਦੁਸ਼ਮਣਾਂ ਦਾ ਵੀ ਰਹਿ ਗਿਆ ਸੀ, ਪਰ ਆ ਕੇ ਚਮਕੌਰ ਨੂੰ 10 ਲੱਖ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ ਤੇ ਸਤਿਗੁਰੂ ਬੇਪਰਵਾਹ ਇਸ ਚਮਕੌਰ ਦੀ ਗੜੀ ਵਿੱਚ ਪਹੁੰਚੇ ਨੇ। ਇੱਥੇ ਕੋਈ ਵੀ ਸਿੱਖ ਟਬਲਾ ਨਾ ਖਾ ਜਾਏ ਕਿ ਗੜੀ ਕੋਈ ਕਿਲਾ ਸੀ, ਨਹੀਂ ਭਾਈ, ਜਿਵੇਂ ਇੱਥੇ ਮਾਝੇ ਦੇ ਵਿੱਚ ਆਮ ਹਵੇਲੀ ਕਹਿ ਦਿੰਦੇ ਆ, ਤੇ ਉਸ ਇਲਾਕੇ 'ਚ ਗੜੀ ਕਹਿੰਦੇ ਸੀ। ਜਿਨ੍ਹਾਂ ਕੋਲ ਮਾਲ ਡੰਗਰ ਜ਼ਿਆਦਾ ਹੈ, ਕੋਈ ਵੱਡਾ ਘਰ ਹੈ, ਉਹ ਪਿੰਡ ਤੋਂ ਹਟਵਾਂ ਵਲਗਣ ਵੱਲ ਲੈਂਦੇ ਸਨ, ਜਿਹਦੇ ਵਿੱਚ ਪਸ਼ੂਆਂ ਲਈ ਪੱਠਾ ਦਿੱਤਾ ਤੂੜੀ ਸਾਂਭ ਲੈਂਦੇ ਸੀ, ਪਸ਼ੂ ਵੀ ਸਾਂਭ ਲੈਂਦੇ ਸੀ,
ਤੇ ਰਹਿਣ ਵਾਸਤੇ ਵੀ ਕੋਈ ਕਮਰਾ ਪਾਸੇ ਬਣਾ ਲੈਂਦੇ ਸੀ, ਉਹਨੂੰ ਗੜੀ ਕਹਿ ਦਿੰਦੇ ਸੀ। ਇੱਥੇ ਭਾਈ ਬੁੱਧੀ ਰਾਮ ਦੀ ਗੜੀ ਸੀ ਇਹ, ਤੇ ਸੰਗਤਾਂ ਵਿੱਚ ਇੰਨਾ ਉਤਸ਼ਾਹ ਸੀ, ਸੰਗਤਾਂ ਨੂੰ ਪਤਾ ਸੀ ਕਿ ਇਹ ਸਾਡਾ ਸਤਿਗੁਰੂ ਸਾਡੇ ਲਈ ਜੂਝ ਰਿਹਾ ਹੈ, ਸਾਡੇ ਲਈ ਸਾਰੇ ਕੌਤਕ ਕਰ ਰਿਹਾ ਹੈ, ਸਾਡੇ ਲਈ ਅਨੰਦਪੁਰ ਸਾਹਿਬ ਛੱਡ ਕੇ ਆ ਰਿਹਾ ਹੈ। ਇਸ ਵਾਸਤੇ ਹੱਥ ਜੋੜ ਕੇ ਇਹ ਗੜੀ ਦੇ ਮਾਲਕ ਨੇ ਕਿਹਾ, ਸਤਿਗੁਰੂ ਜੀ ਇਸ ਗੜੀ ਵਿੱਚ ਨਿਵਾਸ ਕਰੋ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਗੜੀ ਵਿੱਚ ਵੀ ਪ੍ਰਵੇਸ਼ ਕੀਤਾ ਤੇ ਫਿਰ ਆਪਣੇ ਪਿਆਰਿਆਂ, ਦਲਾਰਿਆਂ, ਸੂਰਵੀਰ, ਬਹਾਦਰਾਂ, ਯੋਧਿਆਂ ਨੂੰ ਫਿਰ ਇਹੀ ਸਬਕ ਸਮਝਾਇਆ ਕਿ ਗੁਰੂ ਕੇ ਪੁੱਤਰੋ, ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ, ਜੂਝ ਕੇ ਮਰਨਾ। ਜਬ ਆਪ ਕੀ ਔਦ ਨਿਦਾਨ ਹਮ ਬਣਾਏ, ਅਤ ਹੀ ਰਨ ਮੈਂ ਤਬ ਜੂਝ ਮਰੋ। ਇਹ ਸਬਕ ਲੈ ਕੇ ਚੱਲਣਾ ਹੈ। ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਦਿਹਾੜੇ ਤੱਕ ਚਮਕੌਰ ਸਬਕ ਪਹੁੰਚੇ ਨੇ। ਬਾਕੀ ਦੇ ਬਚਨ ਕੱਲ ਨੂੰ ਜਿਵੇਂ ਯੁੱਧ ਹੋਇਆ ਹੈ, ਸਾਧ ਸੰਗਤ ਜੀ, ਜਿਵੇਂ ਗੁਰੂ ਕੇ ਮਰਦਾਂ ਬਹਾਦਰਾਂ ਨੇ ਸਵਾ ਲੱਖ ਦੇ ਨਾਲ ਮੁਕਾਬਲਾ ਕੀਤਾ ਹੈ, ਕੱਲ ਨੂੰ ਬੇਨਤੀਆਂ ਕਰਾਂਗੇ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਦੇ ਏਡਾ ਵੱਡਾ ਇਤਿਹਾਸ ਕੋਈ ਦੁਨੀਆ 'ਚ ਹੋ ਸਕਦਾ ਹੈ? ਥੋੜਾ ਬਹੁਤਾ ਯੁੱਧ ਨੀਤੀ ਦੇ ਵਿੱਚ ਫੌਜਾਂ ਦਾ ਅੰਤਰ ਹੁੰਦਾ ਹੈ, ਇੱਕ ਪਾਸੇ ਥੋੜੀਆਂ ਵੱਧ ਹੋਣ, ਦੂਜੇ ਪਾਸੇ ਘੱਟ ਹੋਣ, ਪਰ ਗਿਣਤੀ ਦੇ 40 ਸਿੱਖ 10 ਲੱਖ ਨਾਲ ਮੁਕਾਬਲਾ ਕਰਨ, ਇਹ ਇਤਿਹਾਸ ਵਿੱਚ ਕਿਤੇ ਨਹੀਂ ਮਿਲੇਗਾ। ਇਸ ਵਾਸਤੇ ਵਾਕਿਆ ਹੀ ਹੋਰ ਤਰ੍ਹਾਂ ਦੀ ਕੌਮ ਹੈ, ਹੋਰ ਤਰ੍ਹਾਂ ਦੇ ਲੋਕ ਨੇ ਇਹ, ਜਿਹੜੇ ਕਲਗੀਧਰ ਪਾਤਸ਼ਾਹ ਜੀ ਨੇ ਸਾਜੇ ਨੇ। ਪਰ ਦੇਖੋ ਸਤਿਗੁਰੂ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਉਤਸ਼ਾਹ ਭਰਿਆ ਹੋਇਆ ਗੁਰੂ ਕੇ ਸਿੱਖਾਂ ਦੇ ਵਿੱਚ। ਕੱਲਾ ਕੱਲਾ ਸਮਝਦਾ ਕਿ ਗੁਰੂ ਮੇਰੇ ਅੰਗ ਸੰਗ ਹੈ, ਜਦੋਂ ਮੈਂ ਯੁੱਧ ਮੈਦਾਨ ਵਿੱਚ ਲੜਾਂਗਾ, ਬਹਾਦਰੀ ਪਾਵਾਂਗਾ, ਜੂਝਾਂਗਾ, ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਮੇਰੀ ਜ਼ਿੰਦਗੀ ਸਫਲੀ ਹੋ ਜਾਵੇਗੀ। ਕਿੱਡਾ ਵੱਡਾ ਉਤਸ਼ਾਹ ਹੈ, ਇਹ ਸਤਿਗੁਰੂ ਪਾਤਸ਼ਾਹ ਜੀ ਨੇ ਪੂਰਨੇ ਪਾਏ ਨੇ। ਸੋ ਆਓ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੜੀ ਮਾਇਆ ਨਾਲ ਨਹੀਂ ਚੱਲਣੀ, ਇਹਨੂੰ ਕਾਹਦੇ ਵਾਸਤੇ ਇਕੱਠੀ ਕਰਦਾ ਹੈ? ਇਹ ਤੇਰੇ ਨਾਲ ਜਾਣ ਵਾਲੀ ਨਹੀਂ ਹੈ। ਵੇਖੰਦੜੋ ਕੀ ਭੁੱਲ, ਤੇ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਇਹ ਵੇਖਣ ਵਾਲਿਆਂ ਦਾ ਭਰਮ ਹੈ, ਵੇਖਣ ਵਾਲਿਆਂ ਦਾ ਇਹ ਵਹਿਮ ਹੈ, ਭਰਮ ਹੈ। ਤੁਮਾ ਦਿਸਮ ਸੋਹਣਾ, ਕੀ ਭੁੱਲ ਹੈ ਵੇਖਣ ਦੇ ਵਿੱਚ? ਤੁੰਮੇ ਹੁੰਦੇ ਆ ਨਾ, ਬਹੁਤੇ ਰੇਤ ਦੇ ਟਿੱਬਿਆਂ ਵਿੱਚ ਤੁੰਮੇ ਹੁੰਦੇ ਸਨ, ਹੁਣ ਵੀ ਹੁੰਦੇ ਨੇ, ਤੁੰਮੇ ਹੁੰਦੇ ਨੇ। ਤੇ ਵੇਖਣ ਵਾਲਾ ਵੇਖਣ ਨੂੰ ਉਹ ਸੰਤਰੇ ਵਾਂਗ ਲੱਗਦਾ ਹੈ, ਬੜਾ ਸੋਹਣਾ ਲੱਗਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵੇਖਣ ਨੂੰ ਤਾਂ ਤੁੰਮਾ ਬੜਾ ਸੋਹਣਾ ਲੱਗਦਾ ਹੈ, ਭਾਵੇਂ ਜ਼ਹਿਰ ਦਾ ਭਰਿਆ ਹੋਇਆ ਹੈ, ਪਰ ਫਿਰ ਵੀ ਬੜਾ ਸੁੰਦਰ ਲੱਗਦਾ ਵੇਖਣ ਨੂੰ। ਅੱਡ ਨਾਲ ਹੰਦੜੋ ਮੁੱਲ, ਪਰ ਜਦੋਂ ਉਸੇ ਹੀ ਤੁੰਬੇ ਨੂੰ ਤੁਸੀਂ ਮੰਡੀ ਵਿੱਚ ਵੇਚਣ ਜਾਓਗੇ ਨਾ, ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਅੱਧੀ ਕੌਡੀ ਵੀ ਉਸਦਾ ਮੁੱਲ ਨਹੀਂ ਪੈਂਦਾ। ਇਸੇ ਤਰ੍ਹਾਂ ਜਿਹੜਾ ਆ ਵਿਸ਼ੇ ਵਿਕਾਰਾਂ ਦਾ ਰੂਪ ਸੁਗੰਧ ਦੇਖ ਕੇ ਸਾਡਾ ਮਨ ਭਰਮ ਜਾਂਦਾ ਹੈ। ਮਹਾਰਾਜ ਕਹਿੰਦੇ ਪੇਖੰਦਰੋ ਕੀ ਭੁੱਲ, ਇਹ ਤਾਂ ਵੇਖਣ ਵਾਲਿਆਂ ਦੀ ਗਲਤੀ ਹੈ, ਭੁੱਲ ਹੈ ਕਿ ਇਹਨਾਂ ਵਿਸ਼ੇ ਵਿਕਾਰਿਆਂ ਦਾ ਸਾਨੂੰ ਬੜਾ ਵੱਡਾ ਸੁੱਖ ਲੱਗਦਾ ਹੈ, ਬੜਾ ਸੋਹਣਾ ਰੂਪ ਲੱਗਦਾ ਹੈ, ਉਹਦੇ ਵਿੱਚ ਭੁੱਲ ਕੇ ਮਹਾਰਾਜ ਕਹਿੰਦੇ ਅੱਡ ਨਾਲ ਹੰਦੜੋ ਮੁੱਲ। ਜਦੋਂ ਪ੍ਰਲੋਕ ਦੇ ਵਿੱਚ ਜਾਏਗਾ, ਗੁਰਸਿੱਖਾ ਤੇਰਾ ਤਾਂ ਅੱਧੀ ਕੌਡੀ ਮੁੱਲ ਨਹੀਂ ਪੈਣਾ, ਕਿ ਤੂੰ ਤਾਂ ਇਹਨਾਂ ਵਿਸ਼ਿਆਂ ਵਿਕਾਰਿਆਂ ਰੂਪ ਤੁੰਮੇ ਦੇ ਵਿੱਚ ਭੁੱਲਿਆ ਰਿਹਾ, ਤੂੰ ਤਾਂ ਇਹਦੇ ਵਿੱਚ ਹੀ ਗਰਸਿਆ ਰਿਹਾ, ਤੈਨੂੰ ਪਤਾ ਹੀ ਨਹੀਂ ਸੀ ਕਿ ਇਹ ਜ਼ਹਿਰ ਹੈ ਇਹਦੇ ਅੰਦਰ, ਜਦੋਂ ਚੱਖੇਂਗਾ ਤੂੰ ਇਹਦੀ ਜ਼ਹਿਰ ਨਾਲ ਹੀ ਮਾਰਿਆ ਜਾਵੇਂਗਾ, ਤੈਨੂੰ ਇਹਦਾ ਪਤਾ ਹੀ ਨਹੀਂ ਸੀ। ਇਸ ਵਾਸਤੇ ਅੱਡ ਨਾਲ ਹੰਦੜੋ ਮੁੱਲ, ਤੇਰਾ ਮੁੱਲ ਉੱਥੇ ਅੱਧੀ ਕੌਡੀ ਵੀ ਨਹੀਂ ਪੈਣਾ, ਤੈਨੂੰ ਤਾਂ ਬੜਾ ਬੇਕੀਮਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਨੁੱਖਾ ਜਨਮ ਬਖਸ਼ਿਆ ਸੀ, ਤੈਨੂੰ ਤੇ ਕਿਹਾ ਸੀ, ਹੁਕਮ ਕੀਤਾ ਹੋਇਆ ਸੀ ਕਿ ਭਾਈ ਆਹ ਜਿਹੜਾ ਮਨੁੱਖਾ ਜਨਮ ਹੈ ਇਹ ਤੈਨੂੰ ਬੜਾ ਵਡਮੁੱਲਾ ਦਿੱਤਾ ਹੋਇਆ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਇਹ ਤੈਨੂੰ ਇੱਕ ਵਾਰੀ ਦਿੱਤੀ ਸੀ, ਪਰ ਤੂੰ ਤਾਂ ਵੇਖਣ ਵਿੱਚ ਹੀ ਭੁੱਲ ਗਿਆ, ਦੁਨੀਆ ਦੀ ਪ੍ਰਦਰਸ਼ਨੀ ਵਿੱਚ ਪੈ ਗਿਆ, ਦੁਨੀਆ ਦੇ ਪਦਾਰਥਵਾਦੀ ਯੁੱਗ ਵਿੱਚ ਰੁਲ ਗਿਆ ਤੂੰ। ਤੇ ਨਹੀਂ, ਤੈਨੂੰ ਤਾਂ ਚਾਹੀਦਾ ਸੀ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਲੈ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਲਗੀਧਰ ਪਾਤਸ਼ਾਹ ਦਾ ਪੁੱਤਰ ਤੇ ਪੁੱਤਰੀਆਂ ਬਣ ਜਾਂਦੇ, ਤੇ ਉਹਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਫਿਰ ਰਹਿਤ ਵਿੱਚ ਤਿਆਰ ਬਰ ਤਿਆਰ ਹੋ ਕੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲੈਂਦਾ ਤੂੰ। ਪਰ ਤੂੰ ਤਾਂ ਇਸ ਦੁਨੀਆ ਦੇ ਵਿੱਚ ਹੀ
ਰੁੱਝ ਗਿਆ, ਇਹਦੇ ਵਿੱਚ ਹੀ ਭੁੱਲ ਗਿਆ, ਤੇ ਅਖੀਰ ਨੂੰ ਕੀ ਹੋਵੇਗਾ? ਅੱਧ ਨਾ ਲਹੰਦੜੋ ਮੁੱਲ। ਫਿਰ ਤੇਰਾ ਮੁੱਲ ਜਿਹੜਾ ਅੱਧਾ ਵੀ ਨਹੀਂ ਪੈਣਾ, ਅੱਧੀ ਕੌਡੀ ਵੀ ਨਹੀਂ ਪੈਣਾ ਹੈ। ਨਾਨਕ ਸਾਥ ਨ ਜੁਲਈ ਮਾਇਆ। ਨਾਲੇ ਕਹਿੰਦੇ ਭਾਈ ਜਿਹਦੇ ਖਾਤਰ ਤੂੰ ਬੜੇ ਵੱਡੇ ਯਤਨ ਕਰਦਾ ਹੈ, ਬੜਾ ਛਲ ਕਰਦਾ ਹੈ, ਤੇ ਹੋਰਨਾਂ ਦੇ ਵਿੱਚ ਤੂੰ ਛਿਦਰ ਕੱਢਦਾ ਹੈ, ਕਹਿੰਦੇ ਇਹ ਸਾਥ ਨਾ ਜੁਲਈ ਮਾਇਆ। ਜੁਲੀ ਨਾ ਪੱਛਮੀ ਪੰਜਾਬ ਦਾ ਇਹ ਇੱਕ ਬੋਲੀ ਸੀ, ਜੁਲੀ ਨਾਲ ਚੱਲਣ ਦਾ। ਕਹਿੰਦੇ ਇਹ ਮਾਇਆ ਨਾਲ ਨਹੀਂ ਚੱਲੇਗੀ, ਇਹ ਨਾਲ ਜਾਣ ਵਾਲੀ ਨਹੀਂ ਹੈ। ਪੌੜੀ ਚੱਲਦਿਆਂ ਨਾਲ ਨਾ ਚੱਲੈ। ਹਜੂਰ ਫਰਮਾਉਂਦੇ ਨੇ ਭਾਈ ਖਿਆਲ ਕਰੀ, ਵੱਡੇ ਵੱਡੇ ਕੌਰੂ ਬਾਦਸ਼ਾਹ ਵਰਗੇ ਹੋਏ ਜਿਨ੍ਹਾਂ ਨੇ 40-40 ਗੰਜ ਮਾਇਆ ਦੇ ਜੋੜ ਲਏ, ਕੀ ਉਹ ਨਾਲ ਲੈ ਗਏ? ਨਾਲ ਨਹੀਂ ਗਏ। ਇਸ ਵਾਸਤੇ ਮਹਾਰਾਜ ਕਹਿੰਦੇ ਚਲਦਿਆਂ ਨਾਲ ਨਾ ਚੱਲੈ। ਇਹ ਚਲਦਿਆਂ ਜਦੋਂ ਇਹ ਸੰਸਾਰ ਤੋਂ ਚਾਲਾ ਪਿਆ ਤੇਰਾ ਪਰਲੋਕ ਨੂੰ, ਉਦੋਂ ਇਹ ਤੇਰੇ ਨਾਲ ਜਾਣ ਵਾਲੀ ਨਹੀਂ ਹੈ। ਸੋ ਕਿਉ ਸੰਜੀਐ। ਫਿਰ ਭਾਈ ਕਾਹਦੇ ਵਾਸਤੇ ਇਕੱਠੀ ਕਰਦਾ ਜਦੋਂ ਇਹ ਚਲਦਿਆਂ ਨਾਲ ਚੱਲਣੀ ਨਹੀਂ? ਰੁਜ਼ਗਾਰ ਤੋਂ ਅੱਗੇ, ਗੁਜਰਾਨ ਤੋਂ ਅੱਗੇ ਵੱਧ ਕੇ ਤੂੰ ਇਸ ਨੂੰ ਜੋੜਨ ਲੱਗ ਪਿਆ, ਤੂੰ ਇਕੱਤਰ ਕਰਨ ਲੱਗ ਪਿਆ। ਤੇ ਮਹਾਰਾਜ ਕਹਿੰਦੇ ਜੇ ਇਕੱਤਰ ਕਰੇਗਾ ਨਾ, ਪਾਪਾਂ ਬਾਝੋਂ ਹੋਵੈ ਨਾਹੀ ਮੋਇਆ ਸਾਥ ਨਾ ਜਾਈ। ਪਾਪ ਕਰਕੇ ਇਕੱਠੀ ਕਰੇਗਾ ਤੇ ਜਦੋਂ ਤੂੰ ਮਰਨਾ ਉਦੋਂ ਤੇਰੇ ਨਾਲ ਜਾਣਾ ਨਹੀਂ। ਇਸ ਵਾਸਤੇ ਕਾਹਦੇ ਲਈ ਇਕੱਠੀ ਕਰਦਾ ਹੈ? ਤਿਸ ਕਾ ਕਹੋ ਕਿਆ ਯਤਨ। ਕਹਿੰਦੇ ਭਾਈ ਇਹਦਾ ਕਾਹਦੇ ਲਈ ਯਤਨ ਕਰਦਾ? ਦੱਸੋ ਇਸ ਦੇ ਲਈ, ਇਹਦੇ ਯਤਨ ਵਿੱਚ ਤੈਨੂੰ ਲਾਭ ਕੀ ਹੋਵੇਗਾ? ਜਿਹਦੇ ਲਈ ਵੱਡੇ ਵੱਡੇ ਯਤਨ ਕਰਦਾ ਹੈ, ਇਹ ਯਤਨ ਦੇ ਵਿੱਚ ਤੈਨੂੰ ਕੋਈ ਲਾਭ ਹੋਵੇਗਾ? ਨਹੀਂ ਕੋਈ ਲਾਭ ਹੋਣਾ ਤੈਨੂੰ। ਜਿਸ ਤੇ ਵੰਜੀਐ। ਕਹਿੰਦੇ ਭਾਈ ਜਿਸ ਤੋਂ ਤੂੰ ਵਾਂਝਾ ਰਹਿ ਜਾਣਾ, ਜਿਹਦੇ ਤੋਂ ਤੂੰ ਸਖਣੇ ਰਹਿ ਜਾਣਾ ਹੈ, ਇਸ ਵਾਸਤੇ ਤੂੰ ਕਾਹਦਾ ਇਹਦੇ ਵਾਸਤੇ ਯਤਨ ਕਰਦਾ ਹੈ? ਤੇਰੇ ਨਾਲ ਤਾਂ ਜਾਵੇਗੀ ਨਹੀਂ, ਇਸ ਨੇ ਤੈਨੂੰ ਵਾਂਝੇ ਕਰ ਦੇਣਾ। ਬਲਕਿ ਜਿਸ ਨੇ ਤੈਨੂੰ ਪਰਮਾਤਮਾ ਦੇ ਨਾਮ ਤੋਂ ਵਾਂਝਾ ਕਰ ਦਿੱਤਾ ਹੈ, ਸਤਸੰਗਤ ਤੋਂ ਵਾਂਝਾ ਕਰ ਦਿੱਤਾ ਹੈ, ਅਸਲੀਅਤ ਤੋਂ ਵਾਂਝਾ ਕਰ ਦਿੱਤਾ, ਪਰਪਕਾਰ ਤੋਂ ਵਾਂਝਾ ਕਰ ਦਿੱਤਾ ਹੈ, ਉਹਨੂੰ ਤੂੰ ਕਾਹਦੇ ਵਾਸਤੇ ਇਕੱਠੀ ਕਰਦਾ? ਇਹਨੇ ਤਾਂ ਤੈਨੂੰ ਆਪਣੀ ਆਤਮਾ ਨਾਲੋਂ ਵਾਂਝਾ ਕਰ ਦਿੱਤਾ, ਤੂੰ ਤਾਂ ਸਵੈ ਪਰਉਪਕਾਰ ਵੀ ਨਹੀਂ ਕਰ ਸਕਿਆ। ਇਸ ਵਾਸਤੇ ਤੂੰ ਇਹ ਤੋਂ ਵਾਂਝਾ ਰਹਿ ਜਾਏਗਾ। ਜੋ ਤੇਰਾ ਅਸਲੀ ਕਾਰਜ ਸੀ, ਉਸ ਕਾਰਜ ਤੋਂ ਤੂੰ ਵਾਂਝਾ ਰਹਿ ਜਾਏਗਾ। ਇਹ ਜਿੰਨੀ ਤੂੰ ਮਾਇਆ ਇਕੱਤਰ ਕਰੇਗਾ, ਇਹ ਮਾਇਆ ਦੇ ਅਭਿਮਾਨ ਵਿੱਚ ਤੂੰ ਰੋਜ਼ ਦਾ ਨਿਤਨੇਮ ਛੱਡ ਬੈਠੇਗਾ, ਰੋਜ਼ ਦੀ ਸੰਗਤ ਛੱਡ ਬੈਠੇਗਾ। ਜਿਹੜਾ ਤੂੰ ਪਰਉਪਕਾਰ ਕਰਨਾ ਸੀ ਉਹ ਤੋਂ ਵੀ ਤੂੰ ਵਾਂਝਾ ਰਹਿ ਜਾਏਗਾ। ਇਸ ਵਾਸਤੇ ਅਖੀਰ ਨੂੰ ਤੂੰ ਇਹ ਇਕੱਤਰ ਕੀਤੀ ਮਾਇਆ ਤੋਂ ਵੀ ਵਾਂਝਾ ਹੀ ਰਹਿ ਜਾਏਗਾ, ਇਹ ਤੇਰੇ ਨਾਲ ਨਹੀਂ ਜਾਵੇਗੀ। ਹਰ ਬਿਸਰਿਆ ਕਿਉਂ ਤ੍ਰਿਪਤਾਵੈ। ਹੁਣ ਫਰਮਾਉਂਦੇ ਨੇ ਕਿ ਭਾਈ ਜਦੋਂ ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ, ਤੂੰ ਉਸ ਪ੍ਰਭੂ ਨੇ ਜਿਹਨੇ ਤੈਨੂੰ ਇਹ ਮਨੁੱਖਾ ਦੇਹ ਬਖਸ਼ੀ, ਨੌ ਰਹਿਣੀ ਦੇਹੀ ਬਖਸ਼ੀ, ਸੁੰਦਰ ਸਰੀਰ ਬਖਸ਼ਿਆ, ਫਿਰ ਤੈਨੂੰ ਗੁਰਸਿੱਖਾਂ ਦੇ ਘਰ ਦਾ ਹੀ ਜਨਮ ਦੇ ਦਿੱਤਾ, ਤੇ ਫਿਰ ਵੀ ਤੂੰ ਉਸਦੇ ਪਰਉਪਕਾਰਾਂ ਨੂੰ ਸਮਝਿਆ ਨਾ, ਉਸਦੇ ਉਪਦੇਸ਼ ਤੋਂ ਵੀ ਵਾਂਝਾ ਹੀ ਰਹਿ ਗਿਆ, ਉਸਦੇ ਉਪਦੇਸ਼ ਨੂੰ ਕਮਾਇਆ ਨਹੀਂ, ਉਸਦੇ ਦਿੱਤੇ ਹੁਕਮ ਮੁਤਾਬਕ, ਉਸਦੇ ਦਿੱਤੇ ਉਪਦੇਸ਼ ਮੁਤਾਬਕ ਤੂੰ ਪ੍ਰਭੂ ਦੀ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ। ਸੰਗਤ ਵਿੱਚ ਆ ਕੇ ਵੀ ਤੂੰ ਇਸ ਥਾਂ ਤੇ ਸਰੀਰ ਨੂੰ ਲਿਆਇਆ, ਪਰ ਮਨ ਤੇਰਾ ਇਸ ਸੰਗਤ ਵਿੱਚ ਟਿਕਦਾ ਨਹੀਂ। ਤੇ ਤੂੰ ਕਦੇ ਇਸ ਨੂੰ ਸੋਚਿਆ ਕਿ ਕਾਹਦੇ ਲਈ ਵੱਡੇ ਵੱਡੇ ਯਤਨ ਕਰਦਾ ਹੈ, ਕਾਹਦੇ ਲਈ ਏਡੀਆਂ ਵੱਡੀਆਂ ਦਾਅਵੇ ਕਰਦਾ ਹੈ, ਜਦੋਂ ਤੇਰਾ ਮਨ ਹਲੇ ਪਰਮਾਤਮਾ ਦੇ ਨਾਮ ਤੋਂ ਵੀ ਵਾਂਝਾ ਹੈ, ਪ੍ਰਭੂ ਦੇ ਸਿਮਰਤ ਤੋਂ ਵੀ ਵਾਂਝਾ ਹੈ। ਹਜੂਰ ਫਰਮਾਉਂਦੇ ਵੇਖੀ ਕਿਤੇ ਭਾਈ ਇਹ ਸਾਰੀ ਜ਼ਿੰਦਗੀ ਪਰਮਾਤਮਾ ਦੇ ਸਿਮਰਤ ਤੋਂ ਵਾਂਝਾ ਹੀ ਨਾ ਰਹਿ ਜਾਏ। ਆਓ ਸਾਰੀ ਸਾਧ ਸੰਗਤ ਇੱਕ ਵਾਰੀ ਰਲ ਕੇ, ਸਾਰੀ ਸੰਗਤ ਗੱਜ ਕੇ ਆਪਾਂ ਨਾਮ ਜਪਣਾ, ਉਹਨਾਂ ਦੀ ਮਹਾਨ ਕੁਰਬਾਨੀ ਨੂੰ ਸਜਦਾ ਕਰਦਿਆਂ ਹੋਇਆ, ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਅੱਜ ਦੇ ਦਿਹਾੜੇ ਅਨੰਦਪੁਰ ਸਾਹਿਬ ਛੱਡਣ ਵੇਲੇ ਬਹੁਤ ਸਾਰੇ ਗੁਰੂ ਕੇ ਸਿੱਖ ਸਰਸਾ ਦੀ ਭੇਟਾ ਚੜ ਗਏ, ਬਹੁਤ ਸਾਰੇ ਗੁਰੂ ਕੇ ਸਿੱਖ ਰਸਤੇ ਨੂੰ ਪਾਰ ਨਹੀਂ ਕਰ ਸਕੇ, ਨਹੀਂ ਨੱਸ ਸਕੇ, ਉਹ ਅੱਜ ਦੇ ਦਿਹਾੜੇ ਹੀ ਕੁਰਬਾਨੀਆਂ ਕਰ ਗਏ। ਹਾਲਾਂਕਿ ਪਰਿਵਾਰ ਵਿਛੋੜੇ ਤੋਂ ਸਤਿਗੁਰੂ ਦਾ ਪਰਿਵਾਰ ਵੀ 3 ਥਾਵਾਂ ਤੇ ਹੋ ਗਿਆ, 3 ਥਾਵਾਂ ਤੇ
ਤਾਂ ਜੀ ਉਹਦਾ ਨਾਂ ਪਰਿਵਾਰ ਵਿਛੋੜਾ ਨਾ। ਇੱਕ ਪਾਸੇ ਮਾਤਾ ਗੁਜਰ ਕੌਰ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਇਹ ਇੱਕ ਪਾਸੇ ਨੇ। ਜਿਹੜਾ ਗੁਰੂ ਘਰ ਦਾ ਰਸੋਈਆ ਗੰਗਾ ਰਾਮ, ਜਿਹਨੂੰ ਗੰਗੂ ਵੀ ਕਹਿ ਦਿੰਦੇ ਹਾਂ, ਇਹ ਮਾਤਾ ਜੀ ਨੂੰ ਲੈ ਗਿਆ। ਮਾਤਾ ਜੀ ਨੂੰ ਨਾਲ ਲਿਜਾ ਕੇ ਲਾਲਚ ਵਸ ਪੈ ਕੇ ਮਰਿੰਡੇ ਥਾਣੇ ਦੇ ਵਿੱਚ ਗ੍ਰਿਫਤਾਰ ਵੀ ਕਰਾ ਦਿੱਤਾ ਸੀ। ਦੂਸਰੇ ਪਾਸੇ ਅਮਰ ਸ਼ਹੀਦ ਭਾਈ ਮਣੀ ਸਿੰਘ ਜੀ, ਮਾਤਾ ਸੁੰਦਰ ਕੌਰ ਨੂੰ ਨਾਲ ਲੈ ਕੇ, ਦਿੱਲੀ ਨਿਵਾਸੀ ਕੁਝ ਗੁਰੂ ਕੇ ਸਿੱਖਾਂ ਨੂੰ ਨਾਲ ਲੈ ਕੇ ਉਹ ਦਿੱਲੀ ਵਾਲੇ ਪਾਸੇ ਨੂੰ ਨਿਕਲ ਗਏ। ਤੇ ਆਪ ਸਤਿਗੁਰੂ ਪਾਤਸ਼ਾਹ ਜੀ ਪੰਜਾਂ ਪਿਆਰਿਆਂ ਸਮੇਤ, ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਸਮੇਤ ਸਤਿਗੁਰੂ ਪਾਤਸ਼ਾਹ ਜੀ ਚਮਕੌਰ ਪਹੁੰਚੇ ਨੇ। ਸੋ ਉਹਨਾਂ ਸਾਰੇ ਗੁਰੂ ਸਿੱਖਾਂ ਦੀ ਮਹਾਨ ਕੁਰਬਾਨੀ ਨੂੰ ਮੁੱਖ ਰੱਖਦਿਆਂ ਤੇ ਅੱਜ ਜੋ ਗੁਰੂ ਕੇ ਸਿੱਖ ਬਲਕਿ ਸਾਰੇ ਭਾਰਤ ਭਰ ਦੇ ਕਿਸਾਨ ਮਜ਼ਦੂਰ ਸੜਕਾਂ ਤੇ ਬੈਠੇ ਨੇ, ਉਹਨਾਂ ਦੇ ਸਾਧ ਸੰਕਲਪ ਦੀ ਕਾਮਯਾਬੀ ਦੀ ਫਤਿਹਯਾਬੀ ਵਾਸਤੇ ਗੁਰੂ ਕੇ ਸਿੱਖ ਆਪਾਂ ਕੀ ਕਰ ਸਕਦੇ ਹਾਂ ਭਾਈ? ਬਥੇਰੀਆਂ ਸੰਗਤਾਂ ਸਹਿਯੋਗ ਦਿੰਦੀਆਂ ਨੇ, ਬੇਅੰਤ ਸੰਗਤਾਂ ਦਾ ਸਹਿਯੋਗ ਹੈ। ਗੁਰੂ ਸਾਹਿਬ ਆਪ ਵਰਤ ਰਹੇ ਨੇ। ਸਾਧ ਸੰਗਤ ਜੀ, ਗੁਰੂ ਕੇ ਸਿੱਖਾਂ ਵਿੱਚ ਗੁਰੂ ਵਰਤਦਾ ਹੈ, ਗੁਰੂ ਸਾਹਿਬ ਆਪ ਵਰਤ ਰਹੇ ਨੇ। ਪਰ ਆਪਣਾ ਵੀ ਫਰਜ਼ ਬਣਦਾ, ਜਿਹੜਾ ਕਿ ਉੱਥੇ ਨਹੀਂ ਜਾ ਸਕਦਾ, ਜਿਹੜਾ ਨਹੀਂ ਪਹੁੰਚ ਸਕਦਾ, ਉਹ ਹਰ ਤਰੀਕੇ ਨਾਲ ਇੱਥੇ ਬੈਠਾ ਵੀ ਉਹਨਾਂ ਦੀ ਸਹਾਇਤਾ ਵਿੱਚ ਉਦਮ ਕਰ ਸਕਦਾ ਹੈ, ਉਪਰਾਲਾ ਕਰ ਸਕਦਾ ਹੈ। ਅਰਦਾਸ ਕਰਿਆ ਕਰੋ, ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਿਓ, ਫਤਿਹ ਬਖਸ਼ਿਓ। ਤੇ ਉਹਨਾਂ ਦੀ ਫਤਿਹਯਾਬੀ ਵਾਸਤੇ ਸਾਰੇ ਗੱਜ ਕੇ ਆਪਾਂ ਜਾਪ ਕਰਨਾ ਹੈ। ਆਪਣਾ ਵੀ ਭਲਾ ਹੋਵੇਗਾ ਤੇ ਆਪਣਾ ਹਿੱਸਾ ਵੀ ਪਵੇਗਾ ਉਸ ਕਾਮਯਾਬੀ ਵਿੱਚ। ਸਾਰੀ ਸੰਗਤ ਗੱਜ ਕੇ ਜਾਪ ਕਰਿਓ, ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਬੋਲੋ ਭਾਈ, ਵਾਹਿਗੁਰੂ 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 ਵਾਹਿਗੁਰੂ। ਸੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ 20 ਰੁਪਏ ਦਾ ਲੰਗਰ ਚਲਾਇਆ ਸੀ ਨਾ, ਉਹ ਤੇ ਇੱਕ ਸੰਕਲਪ ਸੀ ਸਤਿਗੁਰੂ ਦਾ। ਇਹ ਤੇ ਪੱਕੀ FD ਕਰਾਤੀ ਆਪਣੇ ਨਾਂ ਤੇ। ਲੰਗਰ ਅਤੁੱਟ ਵਰਤਦੇ ਰਹਿਣੇ ਨੇ। ਅੱਜ ਸਰਕਾਰ ਸੋਚਦੀ ਹੈ ਵੀ ਇੰਨੀ ਸੰਗਤ ਨੂੰ ਲੰਗਰ ਕੌਣ ਛਕਾ ਰਿਹਾ ਹੈ, ਫੰਡਿੰਗ ਕੌਣ ਕਰ ਰਿਹਾ ਹੈ, ਪੈਸਾ ਕੌਣ ਭੇਜ ਰਿਹਾ ਹੈ। ਭਾਈ ਕਿਉਂ ਭੁੱਲਦੇ ਹੋ? ਇਹ ਤੇ ਧੰਨ ਗੁਰੂ ਨਾਨਕ ਸਾਹਿਬ ਭੇਜ ਰਹੇ ਨੇ। ਫਿਰ ਇਹ ਵੀ ਮੈਂ ਬੇਨਤੀ ਕਰਾਂ ਕਿ ਇੱਕ ਪਾਸੇ ਇਤਿਹਾਸ ਹੈ ਕਿ 8-8 ਮਹੀਨਿਆਂ ਦੇ ਭੁੱਖੇ ਗੁਰੂ ਕੇ ਸਿੱਖ, ਇੱਕ ਮੁੱਠ ਛੋਲਿਆਂ ਦੀ ਖਾ ਕੇ ਗੁਜ਼ਾਰਾ ਕਰਨ ਵਾਲੇ ਗੁਰੂ ਕੇ ਸਿੱਖ ਤਾਂ ਆਪਾਂ ਵਾਰ ਨੂੰ ਤਿਆਰ ਨੇ ਕਲਗੀਧਰ ਪਾਤਸ਼ਾਹ ਦੇ ਨਾਲ। ਉਸੇ ਗੁਰੂ ਦੇ ਸਿੱਖ, ਜੇ ਤੁਸੀਂ ਕਹੋ ਕਿ ਬਹੁਤ ਠੰਡ ਹੈ, ਦਿਨ ਤੇ ਅੱਜ ਦੇ ਹੀ ਸੀ ਨਾ, ਜਿਵੇਂ ਠੰਡ ਵਿੱਚ ਸਜੇ ਹੋਏ ਨੇ, ਪਰ ਦੂਜੇ ਪਾਸੇ ਗੁਰੂ ਨਾਨਕ ਨਾਮ ਲੈਵਾ ਗੁਰੂ ਕੇ ਸਿੱਖ ਲੰਗਰ ਤੇ ਤਾਜ਼ਾ ਦੇ ਰਹੇ ਨੇ।
ਉਹਨਾਂ ਵਾਸਤੇ ਪਾਣੀ, ਜਲ, ਦੁੱਧ ਆਦਿ ਤੇ ਪਹੁੰਚਦਾ ਕਰ ਰਹੇ ਨੇ ਨਾ। ਇਸ ਵਾਸਤੇ ਇਸ ਚੀਜ਼ ਦੀ ਲੋੜ ਨਹੀਂ ਕਿ ਇਹਨਾਂ ਵਾਸਤੇ ਉਪਰਾਲੇ ਕੌਣ ਕਰ ਰਿਹਾ। ਸਰਕਾਰ ਨੂੰ ਜ਼ਰੂਰਤ ਇਸ ਗੱਲ ਦੀ ਹੈ ਕਿ ਆਪਣੀ ਹਰ ਤਰ੍ਹਾਂ ਦੀ ਕਿਹਦੇ ਮੂਹਰੇ ਹੈਂਕੜ ਕਰਦੇ ਹੋ? ਆਪਣੀ ਪਬਲਿਕ ਦੇ ਮੂਹਰੇ ਹੈਂਕੜ ਕਰਦੇ ਹੋ। ਫਿਰ ਕੋਈ ਭਿਖਾਰੀ ਤੇ ਹੈ ਨਹੀਂ, ਕੋਈ ਮੰਗਤੇ ਨਹੀਂ ਹੈ ਜਿਹੜੇ ਉੱਥੇ ਬੈਠੇ ਆ, ਉਹ ਤੇ ਆਪਣਾ ਹੱਕ ਲੈਣ ਲਈ ਬੈਠੇ ਨੇ। ਇਸ ਵਾਸਤੇ ਬਿਨਾਂ ਦੇਰ ਕੀਤਿਆਂ ਹਿੰਦੁਸਤਾਨ ਦੀ, ਭਾਰਤ ਭਰ ਦੀ ਸ਼ਾਂਤੀ ਵਾਸਤੇ, ਅਮਨ ਵਾਸਤੇ, ਖੁਸ਼ਹਾਲੀ ਵਾਸਤੇ ਬਿਨਾਂ ਦੇਰ ਕੀਤਿਆਂ ਇੱਕ ਪਾਸੇ ਅੰਨਦਾਤਾ ਕਹਿੰਦੇ ਹੋ, ਦੂਸਰੇ ਪਾਸੇ ਏਡੀ ਵੱਡੀ ਹੈਂਕੜ, ਉਹ ਛੱਡ ਕੇ ਉਹਨਾਂ ਭਾਈ ਮਜ਼ਦੂਰਾਂ ਦਾ, ਕਿਸਾਨਾਂ ਦਾ ਜੋ ਹੱਕ ਬਣਦਾ ਹੈ, ਹੱਥ ਜੋੜ ਕੇ ਮੰਨ ਲੈਣਾ ਚਾਹੀਦਾ ਕਿ ਭਾਈ ਅਸੀਂ ਤੁਹਾਡੇ ਨਾਲ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਅੱਜ ਦੇਖੋ ਨਾਲ ਢੁਕਵਾਂ ਉਪਦੇਸ਼ ਬਖਸ਼ਦੇ ਨੇ। ਕੇਂਕੜ ਕਿਸ ਗੱਲ ਦੀ? ਮਹਾਰਾਜ ਕਹਿੰਦੇ ਭਾਈ ਜਿਹੜਾ ਪ੍ਰਭੂ ਤੋਂ ਵਿਸਾਰ ਦਿੰਦਾ ਹੈ ਉਹਦਾ ਤੂੰ ਯਤਨ ਕਰਦਾ ਹੈ। ਨਹੀਂ ਭਾਈ, ਜੇ ਪ੍ਰਭੂ ਨੂੰ ਭੁੱਲ ਗਿਆ ਤੇ ਸਮਝ ਤੇਰੀ ਜ਼ਿੰਦਗੀ ਵਿਅਰਥ ਚਲੀ ਜਾਵੇਗੀ। ਨਾ ਮਨ ਰੰਜੀਆ, ਨਾ ਮਨ ਦੇ ਵਿੱਚ ਪ੍ਰਸੰਨਤਾ ਹੋਵੇਗੀ। ਰੰਜੀਆ ਉਦਾਂ ਹੁੰਦਾ ਰੰਜਿਸ਼, ਜਿਵੇਂ ਕਿ ਹਰਖ ਕਹਿੰਦੇ ਨਾ, ਹਰਖ ਹੁੰਦਾ ਗੁੱਸਾ। ਤੇ ਸੰਸਕ੍ਰਿਤੀ ਵਿੱਚ ਜੇ ਹਰਖ ਕਵਾਂਗੇ ਤਾਂ ਖੁਸ਼ੀ। ਇੱਥੇ ਰੰਜੀਆਂ ਦਾ ਅਰਥ ਹੈ ਪ੍ਰਸੰਨਤਾ। ਕਹਿੰਦੇ ਭਾਈ ਜਿੰਨੀ ਮਰਜ਼ੀ ਮਾਇਆ ਕਤਰ ਕਰ ਲਵੀਂ, ਛਲ ਕਰ ਲਈ, ਧੋਖੇ ਕਰ ਲਈ, ਕਪਟ ਕਰ ਲਈ, ਤੇ ਮਨ ਦੀ ਪ੍ਰਸੰਨਤਾ ਨਹੀਂ ਹੋਵੇਗੀ। ਪ੍ਰਭੂ ਛੋੜ ਅਨ ਲਾਗਾ, ਜੇ ਭਾਈ ਕਹਿੰਦੇ ਉਸ ਪ੍ਰਭੂ ਪਰਮਾਤਮਾ ਨੂੰ ਛੱਡ ਕੇ ਤੂੰ ਅਣ ਥਾਵਾਂ ਤੇ ਹੋਰਨਾਂ ਥਾਵਾਂ ਤੇ ਲੱਗ ਗਿਆ, ਦੇਵੀ ਦੇਵਤਿਆਂ ਵੱਲ ਤੁਰ ਗਿਆ, ਤੂੰ ਮੜੀਆਂ ਮਠਾਂ ਵੱਲ ਤੁਰ ਗਿਆ। ਗੁਰੂ ਕੇ ਸਿੱਖਾ ਤੈਨੂੰ ਤਾਂ ਉਪਦੇਸ਼ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਨਰਕ ਸਮੰਜੀਆ, ਫਿਰ ਕੀ ਹੋਵੇਗਾ ਭਾਈ? ਨਰਕ ਤੋਂ ਬਚ ਨਹੀਂ ਸਕਦਾ ਜੇ ਪ੍ਰਭੂ ਨੂੰ ਛੱਡ ਕੇ ਤੂੰ ਹੋਰ ਮੰਤਰਾਂ ਵਿੱਚ ਲੱਗ ਗਿਆ। ਤੈਨੂੰ ਤਾਂ ਆਪਾਂ ਹੁਣੇ ਪੜਿਆ, ਵਾਹਿਗੁਰੂ ਮੰਤਰ ਦਿੱਤਾ ਸਾਨੂੰ ਪੰਜਾਂ ਪਿਆਰਿਆਂ ਨੇ, ਤੈਨੂੰ ਮੂਲ ਮੰਤਰ ਦਿੱਤਾ, ਤੂੰ ਇਹਨੂੰ ਛੱਡ ਕੇ ਹੋਰ ਪਾਸੇ ਤੁਰ ਗਿਆ ਤੇ ਫਿਰ ਨਰਕ ਜਾ ਕੇ ਸਮਾਵੇਂਗਾ। ਹੋਰ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਬਚੇਗੀ। ਓਹ ਕਿਰਪਾਲ ਦਇਆਲ। ਹੁਣ ਸਤਿਗੁਰੂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰੀਏ। ਸਤਿਗੁਰੂ ਜੀ ਤਰੀਕਾ ਦੱਸਦੇ ਨੇ। ਸਤਿਗੁਰੂ ਜੀ ਅਸੀਂ ਤੇ ਭੁੱਲਣਹਾਰ ਹਾਂ, ਲਿਖਿਆ ਕਿਤੇ ਨਾ ਛੁੱਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਰਹਿਮਤ ਕਰੋ ਜੀ। ਨਾਨਕ ਭਉ ਭੰਜੀਆ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਜਨਮ ਮਰਨ ਦਾ ਭਉ, ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਪ੍ਰਕਾਰ ਦਾ ਭਉ ਸਾਡਾ ਖਤਮ ਕਰ ਦਿਓ, ਤੋੜ ਦਿਓ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ। ਧੰਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੂਰੇ ਦੁਨੀਆ ਦੀ ਰਾਜ ਸ਼ਕਤੀ ਨੂੰ ਦਰਸਾਉਂਦਿਆਂ ਹੋਇਆਂ, ਮਾਇਆ ਦੇ ਜਲਵਿਆਂ ਨੂੰ ਦਿਖਾਉਂਦਿਆਂ ਹੋਇਆਂ ਅਖੀਰ ਨੂੰ ਕਿਹਾ ਕਿ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਬਣਦੀ ਹੈ ਕਿ ਅਸੀਂ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਜਨਮ ਮਰਨ ਦਾ ਗੇੜ ਖਤਮ ਹੋ ਜਾਵੇ, ਸਾਨੂੰ ਆਪਣੇ ਚਰਨਾਂ ਨਾਲ ਜੋੜੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ ਹਨ। ਗੁਰੂ ਕਾ ਉਪਦੇਸ਼ ਹਿਰਦੇ ਵਿੱਚ ਵਸਾਉਣਾ, ਭੁੱਲਾਂ ਦਾਸ ਦੀਆਂ ਸੋ ਮਾਫ ਕਰ ਦੇਣੀਆਂ ਜੀ। ਪ੍ਰਭੂ ਛੋੜ ਅਨ ਲਾਗਾ, ਨਰਕ ਸਮੰਜੀਆ। ਹੋ ਕਿਰਪਾਲ ਦਇਆਲ, ਨਾਨਕ ਭਉ ਭੰਜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।